ਇਹਦੇ ਵਿੱਚ ਕੀ ਕੁਛ ਜਿਹਾ ਤੁਸੀਂ ਮਿਕਸ ਕੀਤਾ ਹੈ ਵੀ ਜਿਹਦੇ ਵਿੱਚ ਸਾਰੀਆਂ ਕਮੀਆਂ ਇਹ ਦੂਰ ਕਰ ਦਿੰਦਾ? ਸਰ ਇਹਦੇ ਵਿੱਚ 26 ਤਰ੍ਹਾਂ ਦੀਆਂ ਬੈਰੀਜ਼ ਪਾਈਆਂ ਗਈਆਂ, ਬੈਰੀਜ਼, ਮਸ਼ਰੂਮਸ, ਮਤਲਬ ਇੱਦਾਂ ਦੇ ਇਨਗਰੀਡੀਐਂਟਸ ਪਾਈਆਂ ਗਈਆਂ ਨੇ। ਠੀਕ ਨਹੀਂ, ਤੁਹਾਨੂੰ ਮੈਂ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਚੀਜ਼ ਦੱਸੂੰਗਾ ਸਾਹਿਬ। ਤੇ ਮੇਰੇ ਜਿਹੜੇ ਬਾਪੂ ਜੀ ਨੇ ਉਹਨਾਂ ਨੂੰ ਮੇਰੇ ਗੋਡਿਆਂ ਦੀ ਪ੍ਰੋਬਲਮ ਤੇ ਅੱਖਾਂ ਦੀ ਮੋਤੀਆ ਉੱਤਰ ਦਾ ਚਿੱਟਾ, ਤੇ ਉਹਨਾਂ ਨੇ ਲੈਣੀ ਸ਼ੁਰੂ ਕੀਤੀ 2-3 ਮਹੀਨੇ ਤੋਂ ਪਹਿਲਾਂ ਤੋਂ, ਤੇ ਹੁਣ ਤੱਕ ਉਹਨਾਂ ਨੇ 4 ਤੋਂ 5 ਬੋਤਲਾਂ ਪੀ ਚੁੱਕੇ ਨੇ ਉਹ। ਤੇ ਜਿਹੜਾ ਉਹਨਾਂ ਦਾ ਗੋਡਿਆਂ ਦਾ ਦਰਦ ਆ ਉਹ ਜਮਾਂ ਹੀ ਚੱਕਿਆ ਗਿਆ ਜਾਣੀ ਕਿ, ਹਾਂਜੀ ਜੀ। ਤੇ ਜਾਣੀ ਹੁਣ ਚੱਲਣ ਫਿਰਨ ਲੱਗ ਗਏ, ਪਹਿਲਾਂ ਤਾਂ ਚੱਲ ਵੀ ਨਹੀਂ ਹੁੰਦਾ ਸੀ ਉਹਨਾਂ ਤੋਂ। ਤੇ ਜਿਹੜਾ ਨਿਗਾਹ ਦਾ ਸੀਗਾ ਉਹਨਾਂ ਦਾ, ਉਹਨਾਂ ਨੂੰ ਧੁੰਦਲਾ ਦਿੰਦਾ ਸੀ, ਉਹ ਵੀ ਚੱਕਿਆ ਗਿਆ ਜਾਣੀ ਕਿ ਇਹਨਾਂ ਦਾ ਇੰਨਾ ਬਹੁਤ ਵਧੀਆ ਇਹ ਪ੍ਰੋਡਕਟ ਹੈ ਇਹਨਾਂ ਦਾ ਵੀ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਉਹ ਵੀ ਚੱਕੀਆਂ ਜਾਂਦੇ ਨੇ। ਮੈਂ ਕਈਆਂ ਤੋਂ ਸੁਣਿਆ। ਗੋਡੇ ਨਹੀਂ, ਸਰੀਰ ਹੀ, ਲੱਤਾਂ ਕੰਬਣ, ਬੁਰਾ ਹਾਲ ਸਰੀਰ ਦਾ। ਸੇਬ ਨੇ ਇੰਨੇ ਬਿਮਾਰੇ ਮੇਰੇ ਖਿਆਲ ਵੀ 10 ਸਾਲ 'ਚ ਕੋਈ ਇੰਨੀ ਦਵਾਈ ਨਹੀਂ ਲਈ ਹੋਣੀ ਜਿੰਨੇ ਮੈਂ 6 ਮਹੀਨਿਆਂ 'ਚ ਹੀ ਦਵਾਈ ਟੀਕੇ ਲੈ ਲਏ। ਤੇ ਮੈਨੂੰ ਜਦ ਇਹਦਾ ਪਤਾ ਲੱਗਿਆ ਮੈਂ ਇਹ ਸ਼ੁਰੂ ਕੀਤੀ। ਤੇ ਪਹਿਲਾਂ ਵੀ ਮੈਂ ਜਿਮ ਲਾਉਂਦਾ ਸੀਗਾ, ਰਨਿੰਗ ਕਰਦਾ ਸੀਗਾ, ਤੇ ਉਸ ਤੋਂ ਬਾਅਦ ਜਦ ਬਿਮਾਰ ਹੋ ਗਿਆ 6-7 ਮਹੀਨੇ ਬਿਲਕੁਲ ਸਰੀਰ ਚੱਲੋਂ ਨਹੀਂ ਹਟ ਗਿਆ, ਜਾਣੀ ਇੰਨਾ ਕਮਜ਼ੋਰ ਹੋ ਗਿਆ ਮੇਰਾ। ਤੇ ਜਦੋਂ ਇਹ ਸ਼ੁਰੂ ਕੀਤੀ ਮੇਰਾ ਖਿਆਲ ਮੈਂ 20 ਦਿਨ ਨਹੀਂ ਲੱਗੇ ਮੈਨੂੰ, ਮੈਂ ਫੇਰ ਰਨਿੰਗ ਕਰਨ ਲੱਗ ਗਿਆ, ਐਕਸਰਸਾਈਜ਼ ਕਰਨ ਲੱਗ ਗਿਆ, ਜਿਮ ਲਾਉਣ ਲੱਗ ਗਿਆ। ਤੇ ਅੱਜ ਵੀ ਮੈਂ ਘੱਟੋ ਘੱਟ 5 ਕਿਲੋਮੀਟਰ ਰਨਿੰਗ ਕਰਕੇ ਆਇਆ। ਅੱਛਾ ਜੀ, ਯਾਨੀ ਕਿ ਤੁਹਾਡੀ ਤਾਂ ਲਾਈਫ ਹੀ ਪੂਰੀ ਕਹਿ ਲਓ ਮੈਂ ਕਹਿੰਦਾ ਜੀ, ਮੈਂ ਜੋ ਪਹਿਲਾਂ ਲਾਈਫ ਚਾਹੁੰਦਾ ਮੇਰੀ ਉਹੀ ਦੁਬਾਰਾ ਆ ਗਈ। ਮਤਲਬ ਕਿ ਸਾਰਿਆਂ ਤੋਂ ਪਹਿਲਾਂ ਇਹ ਜਿਹੜੀ ਸਾਰਿਆਂ ਤੋਂ ਬੈਸਟ ਚੀਜ਼ ਮੈਨੂੰ ਲੱਗਦੀ ਉਹ ਹੈ ਮੈਂਗੋਸਟੀਨ। ਮੈਂਗੋਸਟੀਨ ਆਪਣਾ ਏਸ਼ੀਆਈ ਫਰੂਟ ਹੈ। ਮੈਂਗੋਸਟੀਨ ਉਹਦੇ 'ਚ ਇੰਨੀ ਐਂਟੀਆਕਸੀਡੈਂਟ ਪਾਵਰ ਆ, ਅਗਰ ਕਿਸੇ ਨੂੰ ਕੈਂਸਰ ਹੈ ਪਹਿਲੀ ਜਾਂ ਦੂਜੀ ਜਾਂ ਤੀਜੀ ਸਟੇਜ, ਈਵਨ ਕਿ ਲਾਸਟ ਸਟੇਜ ਤੱਕ ਵੀ ਆਪਾਂ ਇਹ ਸ਼ੁਰੂ ਕਰ ਸਕਦੇ ਹਾਂ। ਕੈਂਸਰ ਹੈ, ਇਹਦੀ ਇੰਨੀ ਐਂਟੀਆਕਸੀਡੈਂਟ ਪਾਵਰ ਆ ਮੈਂਗੋਸਟੀਨ ਦੀ, ਅਗਰ ਉਹਨੂੰ ਦੇਣਾ ਸ਼ੁਰੂ ਕਰਾਂਗੇ, ਅਗਰ ਬੰਦੇ ਦੀ ਕੀਮੋ ਨਹੀਂ ਲੱਗੀ ਹੋਈ, ਠੀਕ ਨਹੀਂ, ਅਗਰ ਉਹਨੂੰ ਕੈਂਸਰ ਹੈ, ਉਹਦਾ ਟ੍ਰੀਟਮੈਂਟ ਚੱਲ ਰਿਹਾ, ਉਹ ਇਹ ਲੈਣਾ ਸ਼ੁਰੂ ਕਰੇ, ਉਹਦੀ ਮੈਂਗੋਸਟੀਨ ਦੀ ਇੰਨੀ ਪਾਵਰ ਆ, ਉਹ ਕੈਂਸਰ ਨੂੰ ਖਤਮ ਕਰਨਾ ਸ਼ੁਰੂ ਕਰ ਦੇਗਾ। ਜਿਹੜਾ ਕੈਂਸਰ ਦਿਨ ਪ੍ਰਤੀ ਦਿਨ ਬੰਦੇ ਦਾ ਵੱਧ ਰਿਹਾ ਵਾ, ਕਈ ਕੈਂਸਰ ਹੁੰਦੇ ਆ 6 ਮਹੀਨੇ 'ਚ ਵਧਣੇ ਵਾਲੇ, ਕਈ ਹੁੰਦੇ ਆ ਸਾਲ 'ਚ ਵਧਣੇ ਵਾਲੇ, ਕਈ ਹੁੰਦੇ ਆ 5 ਸਾਲ 'ਚ, ਕਈ ਦਿਨਾਂ 'ਚ ਵੱਧਦੇ ਨੇ। ਜਿਸ ਦਿਨ ਤੋਂ ਆਪਣੀ ਬੋਡੀ 'ਚ ਇਹ ਜਿਹੜਾ ਇਨਗਰੀਡੀਐਂਟ ਆ, ਇਹ ਜਿਹੜਾ ਲਿਕੁਇਡ ਆਪਣੀ ਬੋਡੀ 'ਚ ਐਂਟਰ ਕਰਨਾ ਸ਼ੁਰੂ ਹੁੰਦਾ ਵਾ, ਉਸ ਦਿਨ ਤੋਂ ਕੈਂਸਰ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਵਾ, ਉਦੋਂ ਤੋਂ ਸਟਾਪ ਹੋ ਜਾਂਦਾ, ਐਂਡ ਦੈਨ ਨੈਕਸਟ ਡੇ ਤੋਂ ਹੀ ਉਹ ਆਪਣਾ ਘਟਣਾ ਸ਼ੁਰੂ ਹੋ ਜਾਂਦਾ। ਇਹ 'ਚ ਸਰ ਕ੍ਰੇਨਬੈਰੀ ਹੈ। ਕ੍ਰੇਨਬੈਰੀ ਜਿਹੜਾ ਹੈ ਆਪਣਾ, ਇਹ ਲੇਡੀਜ਼ ਲਈ ਸਿਰਫ ਵਰਦਾਨ ਹੈ ਇੱਕ ਤਰ੍ਹਾਂ ਦਾ। ਇੰਡੀਅਨ ਲੇਡੀਜ਼ ਕੀ ਕਰਦੀਆਂ ਨੇ ਜਦੋਂ ਉਹਨਾਂ ਨੂੰ ਮੰਥਲੀ ਪ੍ਰੋਬਲਮ ਆਉਂਦੀ ਆ ਜਾਂ ਹੋਰ ਦਿੱਕਤਾਂ ਆਉਂਦੀਆਂ ਨੇ, ਆਪਾਂ ਸਰ ਜੈਂਟਸ ਆ, ਆਪਾਂ ਲੇਡੀਜ਼ ਦੀ ਪ੍ਰੋਬਲਮ ਕਦੇ ਨਹੀਂ ਸਮਝ ਸਕਦੇ। ਲੇਡੀਜ਼ ਦੀ ਪ੍ਰੋਬਲਮ ਲੇਡੀਜ਼ ਗਾਇਨੋਕੋਲੋਜਿਸਟ ਇਹ ਸਮਝ ਸਕਦੀ ਹੈ, ਉਹ ਉਹਨੂੰ ਹੀ ਦੱਸ ਸਕਦੀ ਹੈ। ਬਟ ਆਪਾਂ ਇਹ ਮਹਿਸੂਸ ਕਰ ਸਕਦੇ ਵੀ ਉਹ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਆਉਂਦੀਆਂ ਨੇ ਤਾਂ ਉਹ ਕੀ ਫੀਲ ਕਰਦੀਆਂ ਨੇ। ਜਿਹੜੀ ਕ੍ਰੇਨਬੈਰੀ ਆ, ਇਹ ਉਹਨਾਂ ਦਾ ਜਿਹੜਾ ਯੂਟਰਸ ਸਿਸਟਮ ਆ, ਬ੍ਰੈਸਟ ਫੀਡਿੰਗ ਸਿਸਟਮ ਆ, ਇਹ ਉਹਨੂੰ ਬਹੁਤ ਇੰਪਰੂਵ ਕਰਦਾ। ਲੇਡੀਜ਼ ਨੂੰ ਰਸੌਲੀਆਂ ਹੋ ਜਾਂਦੀਆਂ ਨੇ, ਗੱਠਾਂ ਹੋ ਜਾਂਦੀਆਂ ਨੇ ਚੈਸਟ ਵਿੱਚ, ਬਾਹਾਂ 'ਚ। 30 ਤੋਂ 35 ਸਾਲ ਤੋਂ ਬਾਅਦ ਕੈਲਸ਼ੀਅਮ ਬਣਨਾ ਬੰਦ ਹੋ ਜਾਂਦਾ। ਜਿਹੜਾ ਕ੍ਰੇਨਬੈਰੀ ਆ ਨੈਚੁਰਲ ਤਰੀਕੇ ਨਾਲ ਲੇਡੀਜ਼ ਦੇ ਅੰਦਰ ਕੈਲਸ਼ੀਅਮ ਵਧਾਉਣਾ ਸ਼ੁਰੂ ਕਰ ਦਿੰਦਾ। ਕੋਈ ਕੈਲਸ਼ੀਅਮ ਦੀ ਚੂਹੇਬਲ ਟੈਬਲੇਟ ਲੈਣ ਦੀ ਆਪਾਂ ਨੂੰ ਲੱਗ ਤੋਂ ਜ਼ਰੂਰਤ ਨਹੀਂ ਪੈਂਦੀ। ਮਤਲਬ ਜਿਹੜਾ ਕ੍ਰੇਨਬੈਰੀ ਆ ਉਹ ਲੇਡੀਜ਼ ਤੇ ਜੈਂਟਸ ਲਈ, ਜਿਹੜਾ ਸੈਕਸ਼ੁਅਲਿਟੀ ਲਈ ਆ, ਸਾਰਿਆਂ ਤੋਂ ਬੈਸਟ ਹੈ ਕ੍ਰੇਨਬੈਰੀ। ਇਹਦੇ 'ਚ ਹਾਈਐਸਟ ਮਾਤਰਾ 'ਚ ਵਿਟਾਮਿਨ ਸੀ ਆ। ਇਹਦੇ 'ਚ ਸਿਰਫ ਪਾਇਆ ਗਿਆ ਵਾ ਸੀ ਬਕਥੌਰਨ। ਸੀ ਬਕਥੌਰਨ ਇੱਕ ਇੱਦਾਂ ਦੀ ਲਗਾ ਲਓ ਵੀ ਫਰੂਟ ਹੈ, ਜੜੀ ਬੂਟੀ ਹੈ, ਜਿਹੜੀ ਸਿਰਫ ਪਹਾੜਾਂ 'ਤੇ ਪਾਈ ਜਾਂਦੀ ਹੈ, ਜਿਹਦੀ ਹਾਈਟ ਸਿਰਫ 3 ਤੋਂ 4 ਫੁੱਟ ਹੈ, ਬਟ ਉਹਦੀਆਂ ਜੜ੍ਹਾਂ 100 ਤੋਂ 400 ਫੁੱਟ ਨੇ। ਅਤੇ ਜਿਹੜਾ ਸੀ ਬਕਥੌਰਨ ਫਰੂਟ ਆ ਉਹ ਆਪਣੀ ਇੰਡੀਅਨ ਆਰਮੀ ਆ, ਜਿਹੜੀ ਕਿ ਇੱਦਾਂ ਦੇ ਜਗ੍ਹਾ 'ਤੇ ਰਹਿ ਰਹੀ ਹੈ ਜਿੱਥੇ ਜ਼ਿੰਦਗੀ ਅਸੰਭਵ ਆ, ਉੱਥੇ ਇਹ ਚੀਜ਼ ਪਾਈ ਜਾਂਦੀ ਹੈ, ਉੱਥੇ ਇਹ ਚੀਜ਼ ਆਪਣੀ ਇੰਡੀਅਨ ਆਰਮੀ ਨੂੰ ਦੇਈ ਜਾਂਦੀ। ਵਰਲਡ ਸਟਰੋਂਗ ਆਪਣੀ ਇੰਡੀਅਨ ਆਰਮੀ ਹੈ ਜਿਹੜੀ ਕਿ ਇਹ ਚੀਜ਼ ਲੈਂਦੀ ਹੈ। ਅੱਛਾ, ਸੀ ਬਕਥੌਰਨ 'ਚ ਹੈ ਕਿ ਇਹ 'ਚ ਹਾਈਐਸਟ ਮਾਤਰਾ ਵਿੱਚ ਵਿਟਾਮਿਨ ਸੀ ਹੈ। ਅੱਛਾ, ਅਸੀਂ ਐਂਟੀਆਕਸੀਡੈਂਟ ਪਾਵਰ ਜਾਂ ਵਿਟਾਮਿਨ ਮਿਨਰਲਸ 'ਤੇ ਆਪਾਂ ਇਹ 'ਤੇ ਜ਼ੋਰ ਦਿੱਤਾ। ਬੋਡੀ 'ਚ ਕੋਈ ਵੀ ਬਿਮਾਰੀ ਆਉਂਦੀ ਉਹ ਸਿਰਫ ਡੈਫੀਸ਼ੀਐਂਸੀ ਨਾਲ ਹੀ ਆਉਂਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੌਰਵ ਗੋਇਲ, ਡਿਜੀਟਲ ਪੰਜਾਬ ਲਾਈਵ ਤੁਸੀਂ ਦੇਖ ਰਹੇ ਹੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਅਸੀਂ ਆਯੁਰਵੈਦਾ ਨੂੰ ਪ੍ਰਮੋਟ ਕਰਨ ਲਈ ਜੋ ਬੀੜਾ ਚੁੱਕਿਆ ਹੋਇਆ ਹੈ, ਅਲੱਗ-ਅਲੱਗ ਡਾਕਟਰਸ ਕੋਲ ਜਾ ਕੇ, ਅਲੱਗ-ਅਲੱਗ ਜਗ੍ਹਾ 'ਤੇ ਜਾ ਕੇ ਤੁਹਾਨੂੰ ਆਯੁਰਵੈਦਾ ਦੇ ਨਾਲ ਜਾਣੂ ਕਰਵਾਉਂਦੇ ਹਾਂ। ਕਿਉਂਕਿ ਆਯੁਰਵੈਦਾ ਮੈਂ ਜਿਸ ਤਰ੍ਹਾਂ ਹਰ ਵਾਰ ਕਹਿੰਦਾ ਵੀ ਭਾਰਤ ਦੀ ਹੀ ਦੇਣ ਹੈ। 5000 ਸਾਲ ਪਹਿਲਾਂ ਆਯੁਰਵੈਦਾ ਨੇ ਦਵਾਈਆਂ ਦਾ ਇੱਕ ਜੋ ਭੰਡਾਰ ਆਯੁਰਵੈਦਾ ਨੇ ਪੂਰੀ ਦੁਨੀਆ ਨੂੰ ਦਿੱਤਾ ਸੀ। ਅੱਜ ਵੀ ਹਰ ਇੱਕ ਮੈਡੀਸਿਨ ਆਯੁਰਵੈਦਾ ਦੇ ਥਰੂ ਬਣ ਰਹੀ ਹੈ। ਉਸ ਦੇ ਨਾਲ ਹੀ ਅੱਜ ਗੱਲ ਕਰਾਂਗੇ। ਅਸੀਂ ਲੁਧਿਆਣਾ ਪਹੁੰਚੇ ਹਾਂ, ਨਿਊਟ੍ਰੀਸ਼ਨ ਐਕਸਪਰਟ ਸਾਡੇ ਨਾਲ ਨੇ ਜੋ ਤੁਹਾਨੂੰ ਦੱਸਣਗੇ ਵੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਉਪਯੋਗ ਕਰਨਾ ਚਾਹੀਦਾ ਹੈ
ਜਿਸ ਦੇ ਨਾਲ ਸਾਨੂੰ ਦਵਾਈਆਂ ਦੀ ਜ਼ਰੂਰਤ ਹੀ ਨਾ ਪਵੇ। ਤਾਂ ਹੋਰ ਗੱਲਬਾਤ ਕਰਦੇ ਆ ਆਯੁਰਵੈਦਾ ਦੇ ਮਾਹਿਰ ਨੇ ਜੀ। ਸਰ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਸਰ, ਥੈਂਕਸ ਤੁਹਾਡਾ। ਸਰ ਇਸ ਤਰ੍ਹਾਂ ਆਯੁਰਵੈਦਾ ਕਹਿੰਦਾ ਵੀ ਸਾਨੂੰ ਦਿਨਚਰਿਆ ਦੇ ਵਿੱਚ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕਿਹੜੀਆਂ ਚੀਜ਼ਾਂ ਦੀ ਸਰੀਰ ਦੇ ਵਿੱਚ ਕਮੀ ਰਹਿੰਦੀ ਹੈ। ਖਾਸ ਕਰਕੇ ਅੱਜ ਕੱਲ ਦੇਖਣ ਵਾਲੀ ਗੱਲ ਹੈ ਵੀ ਲੋਕ ਦਵਾਈਆਂ ਤੋਂ ਬਿਨਾ ਕੁਛ ਕਰ ਹੀ ਨਹੀਂ ਪਾਉਂਦੇ। ਔਰ ਆਯੁਰਵੈਦਾ ਦੇ ਹਿਸਾਬ ਨਾਲ ਤੁਸੀਂ ਕੀ ਕਹਿੰਦੇ ਹੋ ਵੀ ਕਿਸ ਤਰ੍ਹਾਂ ਦਵਾਈਆਂ ਤੋਂ ਬਚਿਆ ਜਾ ਸਕਦਾ? ਆਯੁਰਵੇਦ ਸਰ ਇਹ ਨਹੀਂ ਕਹਿੰਦਾ ਵੀ ਕੋਈ ਪਾਰਟਿਕੂਲਰ ਪਰਸਨ ਨੂੰ ਮਤਲਬ ਕਿ ਇੱਕੇ ਪਰਸਨ ਨੂੰ ਸਭ ਮੈਡੀਸਨ ਲੱਗ ਜਾਏਗੀ। ਐਦਾਂ ਦੀ ਮੈਡੀਸਨ ਕੋਈ ਨਹੀਂ ਬਣੀ। ਹਰੇਕ ਦੀ ਬਾਡੀ ਅਲੱਗ ਆ, ਹਰੇਕ ਨੂੰ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਬਿਮਾਰੀ ਆਉਂਦੀ ਹੈ, ਅਲੱਗ-ਅਲੱਗ ਠੀਕ ਹੁੰਦਾ ਉਹ ਟਾਈਮ ਪੀਰੀਅਡ ਦੇ ਹਿਸਾਬ ਨਾਲ। ਕਿਸੇ ਨੂੰ 5 ਦਿਨ 'ਚ ਠੀਕ ਹੁੰਦਾ, ਕੋਈ 5 ਦਿਨ 'ਚ ਬਿਮਾਰ ਹੁੰਦਾ। ਸਾਰਿਆਂ ਦੀ ਅਲੱਗ-ਅਲੱਗ ਥਿਊਰੀ ਆ। ਆਯੁਰਵੇਦ ਵਿੱਚ ਇਹ ਚੀਜ਼ ਹੁੰਦੀ ਆ ਕਿ ਆਯੁਰਵੇਦ ਹੈ ਇੰਡੀਅਨ ਆਪਣਾ, ਇੱਕ ਤੇ ਬਾਹਰੋਂ ਨਹੀਂ ਆਇਆ, ਰਸ਼ੀਆ ਕੈਨੇਡਾ ਵਗੈਰਾ ਤੋਂ। ਇਹ ਹੈ ਇੰਡੀਅਨ ਆ। ਇਹਨੂੰ ਬਸ ਯੂਜ਼ ਕਰਨ ਦਾ ਤਰੀਕਾ ਆਉਣਾ ਚਾਹੀਦਾ ਆਪਾਂ ਨੂੰ, ਜਿਹੜਾ ਕਿ ਅੱਜ ਕੱਲ ਦੇ ਜਿਹੜੇ ਨਿਊਟ੍ਰੀਸ਼ਨ ਜਾਂ ਹੋਰ ਜਿਹੜੇ ਹੈਗੇ ਨੇ ਜਾਂ ਜਿਮਨਾਸਟਿਕ ਨੇ, ਜਿਹੜੇ ਸਹੀ ਤਰੀਕੇ ਨਾਲ ਨਹੀਂ ਲੈ ਪਾਉਂਦੇ ਤੇ ਆਯੁਰਵੇਦ ਨੂੰ ਗਲਤ ਸਾਬਿਤ ਕਰਨਾ ਚਾਹੁੰਦੇ ਨੇ। ਠੀਕ ਨਹੀਂ? ਹੁਣ ਤੁਸੀਂ ਇੱਕ ਚੀਜ਼ ਲੈ ਰਹੇ ਹੋ, ਕੋਈ ਆਯੁਰਵੈਦਿਕ ਤੁਸੀਂ ਕੋਈ ਲਿਕੁਇਡ ਲੈ ਰਹੇ ਹੋ, ਡਰਿੰਕ ਲੈ ਰਹੇ ਹੋ, ਕੈਪਸੂਲ ਲੈ ਰਹੇ ਹੋ, ਜੇ ਤੁਸੀਂ ਉਹਦੇ ਨਾਲ ਪਾਣੀ ਹੀ ਨਹੀਂ ਪੀਓਗੇ ਉਹ ਸਾਈਡ ਇਫੈਕਟ ਤਾਂ ਕਰੇਗਾ ਹੀ। ਠੀਕ ਨਹੀਂ? ਤੁਸੀਂ ਕੋਈ ਵੀ ਚੀਜ਼ ਲੈ ਰਹੇ ਹੋ, ਤੁਸੀਂ ਸ਼ਿਲਾਜੀਤ ਲੈ ਰਹੇ ਹੋ, ਸਾਰਿਆਂ ਤੋਂ ਬੈਸਟ ਹੈ। ਸ਼ਿਲਾਜੀਤ ਵਿੱਚ 84 ਤਰ੍ਹਾਂ ਦੇ ਮਿਨਰਲਸ ਹੁੰਦੇ ਨੇ, ਵਿਟਾਮਿਨ ਮਿਨਰਲ ਸ਼ਿਲਾਜੀਤ ਵਿੱਚ 84 ਤਰ੍ਹਾਂ ਦੇ ਹੁੰਦੇ ਨੇ। ਹੁਣ ਜਦੋਂ ਤੁਸੀਂ ਪਾਣੀ ਹੀ ਨਹੀਂ ਪੀਓਗੇ ਉਹ ਬਾਡੀ 'ਚ ਟਰੈਵਲ ਕਿੱਦਾਂ ਕਰੇਗੀ? ਮੀਨ ਇਹੀ ਜਿਹੜੀ ਸ਼ਿਲਾਜੀਤ ਆ, ਸ਼ਿਲਾਜੀਤ ਨੂੰ ਮੈਂ ਨਾਮ ਚੇਂਜ ਕਰੂੰਗਾ। ਇਹੀ ਆਪਣੀ ਰੋਟੀ ਆ, ਇਹੀ ਆਪਣਾ ਪਾਣੀ ਆ। ਇਹ ਜਿਹੜੀ ਰੋਟੀ ਪਾਣੀ ਆ, ਇਹਨੂੰ ਤਰੀਕਾ ਹੋਣਾ ਚਾਹੀਦਾ ਆਪਣਾ ਲੈਣ ਦਾ। ਰੋਟੀ ਦਾ ਤਰੀਕਾ ਕਿੱਦਾਂ ਕਿ ਆਪਾਂ ਪੁਰਾਣੀਆਂ ਕਹਾਵਤਾਂ 'ਚ ਸੁਣਦੇ ਰਹਿੰਦੇ ਆ ਵੀ ਸਵੇਰ ਆਪਾਂ ਨੂੰ ਕਿੱਦਾਂ ਖਾਣਾ ਚਾਹੀਦਾ, ਦੁਪਹਿਰੇ ਕਿੱਦਾਂ ਖਾਣਾ ਚਾਹੀਦਾ, ਸਕੂਲ 'ਚ ਵੀ ਸੁਣਦੇ ਰਹਿੰਦੇ ਆ। ਸਵੇਰ ਆਪਾਂ ਨੂੰ ਖਾਣਾ ਚਾਹੀਦਾ ਵਾ ਰਾਜਿਆਂ ਵਾਂਗੂ, ਦੁਪਹਿਰੇ ਆਪਾਂ ਨੂੰ ਖਾਣਾ ਚਾਹੀਦਾ ਇੱਕ EMPLOYE ਵਾਂਗੂ, ਇੱਕ ਕਰਮਚਾਰੀ ਵਾਂਗੂ, ਰਾਤ ਨੂੰ ਖਾਣਾ ਚਾਹੀਦਾ ਆਪਾਂ ਨੂੰ ਇੱਕ ਭਿਖਾਰੀ ਵਾਂਗੂ। ਤਾਂ ਆਪਣੀ ਬਾਡੀ ਦੀ ਜੋ ਸ਼ੇਪ ਆ ਉਹ 20 ਤਰ੍ਹਾਂ ਹੋਏਗੀ। ਆਪਾਂ ਕੀ ਕਰਦੇ ਆ? ਆਪਾਂ ਸਵੇਰ ਖਾਂਦੇ ਆ ਭਿਖਾਰੀ ਵਾਂਗੂ, ਦੁਪਹਿਰੇ ਛੋਲੇ ਭਟੂਰੇ ਚੱਲਦੇ ਨੇ ਜੀ ਫਿਰ ਕਰਮਚਾਰੀ ਵਾਂਗੂ, ਰਾਤ ਨੂੰ ਆਪਾਂ ਕਹਿੰਦੇ ਵੀ ਆਪਣੀ ਥਾਲੀ ਪੂਰੀ ਸਜੀ ਹੋਣੀ ਚਾਹੀਦੀ ਆ। ਤਾਂ ਫਿਰ ਮੋਟਾਪਾ ਆਏਗਾ ਹੀ ਆਏਗਾ। ਤਾਂ ਫਿਰ ਬਾਡੀ 'ਚ ਜਿਹੜੀਆਂ ਪ੍ਰੋਬਲਮਸ ਨੇ ਉਹ ਸ਼ੁਰੂ ਹੋਣਗੀਆਂ ਹੀ ਹੋਣਗੀਆਂ। BP ਸ਼ੂਗਰ ਇੰਡੀਆ 'ਚ ਨਾਰਮਲ ਹੈ ਪ੍ਰੋਬਲਮ। ਤਕਰੀਬਨ 125 ਕਰੋੜ ਵਿੱਚ ਲੋਕਾਂ ਵਿੱਚੋਂ 50 ਤੋਂ 60 ਕਰੋੜ ਲੋਕਾਂ ਵਿੱਚ ਇਹ ਚੀਜ਼ ਪਹੁੰਚ ਚੁੱਕੀ ਹੈ। ਜਿਹਨੂੰ BP ਜਾਂ ਸ਼ੂਗਰ ਸਟਾਰਟ ਹੋ ਗਿਆ, ਉੱਥੋਂ ਬਿਮਾਰੀਆਂ ਦੇ ਅੱਗੇ ਰਾਹ ਖੁੱਲ੍ਹਣੇ ਸ਼ੁਰੂ ਹੋ ਜਾਂਦੇ। ਜਿੱਥੇ ਉਹਦਾ ਇਮਿਊਨ ਸਿਸਟਮ ਵੀਕ ਹੋ ਗਿਆ, ਮੰਨ ਲਓ ਕਿਸੇ ਨੂੰ ਹੱਡੀਆਂ ਦੀ ਦਿੱਕਤ ਆ, ਉਹਨੂੰ BP ਦੀ ਦਿੱਕਤ ਆ, ਜੋ BP ਸਿੱਧਾ ਜਾ ਕੇ ਇਫੈਕਟ ਉਹਦੀਆਂ ਹੱਡੀਆਂ 'ਤੇ ਕਰੇਗਾ। ਠੀਕ ਨਹੀਂ? ਇਸ ਤਰੀਕੇ ਨਾਲ ਜਿਹੜਾ ਆਪਣਾ ਇੰਡੀਆ ਵਾ ਉਹ ਉੱਦਾਂ ਦਿਲ ਤੋਂ ਮਜ਼ਬੂਤ ਆ, ਬਟ ਜਿਹੜਾ ਸਰੀਰਕ ਤੋਂ ਆ ਤੇ ਮਨ ਤੋਂ ਆ। ਜਦੋਂ ਸਰੀਰਕ ਨਹੀਂ ਠੀਕ ਉਦੋਂ ਮਨ ਵੀ ਵੀਕ ਹੁੰਦਾ, ਇਸ ਲਈ ਸਰੀਰਕ ਤੇ ਮਨ ਤੋਂ ਵੀਕ ਹੋ ਰਿਹਾ ਵਾ ਇੰਡੀਆ। ਦੈਟਸ ਵਾਈ ਕਿ ਅਸੀਂ ਹੁਣ ਆਯੁਰਵੇਦਾ ਨੂੰ ਸਹੀ ਤਰੀਕੇ ਨਾਲ ਪ੍ਰਮੋਟ, ਸਹੀ ਤਰੀਕੇ ਨਾਲ ਯੂਜ਼ ਤੇ ਸਹੀ ਤਰੀਕੇ ਨਾਲ ਉਹਨੂੰ ਅੱਗੇ ਵਧਾਉਣਾ ਕਿਵੇਂ ਆ, ਇਹ ਆਪਣੇ ਤੇ ਡਿਪੈਂਡ ਕਰਦਾ। ਆਪਣੇ ਤੇ ਆਪਣੇ ਜਿਹੜੇ ਭੈਣ ਭਰਾ ਸਾਰੇ ਆਪਾਂ ਨੂੰ ਦੇਖ ਰਹੇ ਨੇ ਵੀ ਆਪਾਂ ਹੁਣ ਇਸ ਚੀਜ਼ ਨੂੰ ਕਿੱਦਾਂ ਅੱਗੇ ਵਧਾਈਏ, ਆਯੁਰਵੇਦ ਨੂੰ ਕਿੱਦਾਂ ਪ੍ਰਮੋਟ ਕਰੀਏ। ਜੀ ਬਿਲਕੁਲ। ਅਸੀਂ ਵੀ ਉਹੀ ਇੱਕ ਵੀੜਾ ਚੁੱਕਿਆ ਹੋਇਆ ਹੈ ਵੀ ਅਸੀਂ ਲੋਕਾਂ ਨੂੰ ਅਲੱਗ-ਅਲੱਗ, ਜਿਵੇਂ ਅਸੀਂ ਤੁਹਾਡੇ ਕੋਲੇ ਅੱਜ ਆਏ ਹਾਂ, ਵੀ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਵੀ ਆਯੁਰਵੈਦਾ ਆਖਰ ਹੈ ਕੀ ਸੀਗਾ। ਇਸ ਤਰ੍ਹਾਂ ਤੁਸੀਂ ਹੁਣੇ R+ ਦੀ ਗੱਲ ਕਰਦੇ ਆ, ਤੁਹਾਡਾ ਇਹ ਵੀ ਪਿਓਰ ਆਯੁਰਵੈਦਾ ਦੇ ਵਿੱਚ ਤੁਸੀਂ ਬਣਾਇਆ। ਮੈਂ ਇਹਦੇ ਬਾਰੇ ਵੀ ਜਾਣਨਾ ਚਾਹੂੰਗਾ। ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਇਸ ਦਾ ਬੜਾ ਗੁਣਗਾਨ ਕਰ ਰਹੇ ਨੇ, ਇਹਦਾ ਕੀ ਕਾਰਨ ਹੈ? ਸਰ ਇਹ ਇੱਕ ਆਯੁਰਵੈਦਿਕ ਕਹਿ ਸਕਦੇ ਹਾਂ ਆਪਾਂ ਇਹਨੂੰ, ਬਟ ਜਿਹੜੀਆਂ ਇਹਦੇ ਵਿੱਚ ਚੀਜ਼ ਪਾਈ ਗਈ ਹੈ, ਜੋ ਇਹਦੇ ਵਿੱਚ ਇਨਗਰੀਡੀਐਂਟਸ ਨੇ ਨਾ, ਉਹ ਆਲ ਓਵਰ ਵਰਲਡ ਚੋਂ ਲਿੱਤੇ ਗਏ ਨੇ। ਕੀ ਬਾਤ ਹੈ। ਆਪਾਂ ਇਹਨੂੰ ਇਹ ਨਹੀਂ ਕਹਿ ਸਕਦੇ ਇੰਡੀਅਨ ਪ੍ਰੋਡਕਟ ਹੈ, ਇਹ ਆਲ ਓਵਰ ਵਰਲਡ ਪ੍ਰੋਡਕਟ ਹੈ ਸਰ ਇਹ। ਤੇ ਆਲ ਓਵਰ ਡਿਸੀਜ਼ਸ ਤੇ ਕੰਮ ਕਰਦਾ। ਜਿੱਦਾਂ ਮੈਂ ਪਹਿਲਾਂ ਗੱਲ ਕਰੀ ਆ ਵੀ ਹਰ ਇੱਕ ਪਰਸਨ ਨੂੰ ਹਰ ਇੱਕ ਚੀਜ਼ ਨਹੀਂ ਸੂਟ ਕਰਦੀ, ਬਟ ਇਹਦੇ ਚ ਆਲ ਓਵਰ ਵਰਲਡਸ ਚ ਕੁਝ ਐਦਾਂ ਦੀਆਂ ਚੁਣਿੰਦਾ ਚੀਜ਼ਾਂ ਲਿੱਤੀਆਂ ਗਈਆਂ ਨੇ ਜਿਹੜੀਆਂ ਕਿ ਆਪਣੇ ਸਰੀਰ ਦੀਆਂ ਡੇਲੀ ਨੀਡਸ ਨੇ, ਸਪੋਰਟ ਹੁੰਦੀ ਹੈ ਸਰ। ਜਿੱਦਾਂ ਦੇਖੋ ਆਪਾਂ ਗੱਡੀ 'ਚ ਆਏ, ਆਪਾਂ ਲੁਧਿਆਣੇ ਤੋਂ ਆਪਾਂ ਆਏ, ਜ਼ੀਰਕਪੁਰ ਆਏ, ਤੁਸੀਂ ਚੰਡੀਗੜ੍ਹ ਆਏ, ਆਪਾਂ ਨੂੰ ਆਪਣੀ ਗੱਡੀ ਦੀ, ਆਪਣੀ ਬਾਈਕ ਦੀ ਸਪੋਰਟ ਆ। ਠੀਕ ਨਹੀਂ? ਉੱਦਾਂ ਹੀ ਜਿਹੜੀ R+ ਦੇ ਵਿੱਚ ਇਨਗਰੀਡੀਐਂਟਸ ਪਾਏ ਗਏ ਨੇ, ਇਹ ਇਨਗਰੀਡੀਐਂਟਸ ਦੀ ਆਪਣੀ ਬਾਡੀ ਨੂੰ ਸਪੋਰਟ ਚਾਹੀਦੀ ਹੈ, ਤਾਂ ਆਪਣੀ ਬਾਡੀ ਅੱਛੀ ਚੱਲੇਗੀ। ਜਦੋਂ ਇਹਨਾਂ ਦੀ ਡੈਫੀਸ਼ੀਐਂਸੀਜ਼ ਹੋਣੀ ਸ਼ੁਰੂ ਹੋ ਜਾਂਦੀ ਆ, ਆਪਾਂ ਕੀ ਕਰਦੇ ਹਾਂ? ਆਪਾਂ ਕਹਿੰਦੇ ਪੇਸ਼ੈਂਟ ਪੁੱਛਦੇ ਨੇ ਵੀ ਕੀ ਖਾਣਾ ਪੀਣਾ ਚਾਹੀਦਾ, ਅਸੀਂ ਪੁੱਛਦੇ ਹਾਂ ਜੀ ਤੁਹਾਡਾ ਖਾਣ ਪੀਣ ਹੈ ਕੀ ਆ? ਉਹ ਕਹਿੰਦੀ ਦਾਲ ਰੋਟੀ ਫੁਲਕਾ। ਬਿਲਕੁਲ। ਦਾਲ ਰੋਟੀ ਫੁਲਕਾ ਨਾਲ ਆਪਣੀਆਂ ਅੱਖਾਂ, ਬ੍ਰੇਨ, ਹਾਰਟ ਨਹੀਂ ਸਹੀ ਰਹਿ ਸਕਦਾ। ਆਪਣੇ ਇੰਡੀਅਨ ਮੋਸਟਲੀ ਵੈਜ ਨੇ, ਤਾਂ ਆਪਾਂ ਨੂੰ ਨਾਨ ਵੈਜ ਉਹ ਜਿਹੜੇ ਫੈਟੀ ਐਸਿਡਸ ਨੇ ਜਾਂ ਹੋਰ ਜਿਹੜੇ ਓਮੇਗਾ ਫੈਟੀ ਐਸਿਡਸ ਨੇ ਉਹ ਆਪਾਂ ਨੂੰ ਨਹੀਂ ਮਿਲ ਪਾਉਂਦੇ।
ਤਾਂ ਆਪਾਂ ਨੈਚੁਰਲ ਚੀਜ਼ਾਂ ਚੋਂ ਲੈਣੇ ਸ਼ੁਰੂ ਕਰੀਏ। ਜੀ, ਯਾਨੀ ਕਿ ਉਹ ਮੈਡੀਸਿਨ ਦੇ ਵਿੱਚੋਂ ਨਾ ਲੈ ਕੇ ਇੱਕ ਨੈਚੁਰਲ ਚੀਜ਼ ਜਿਹੜੀ ਤੁਸੀਂ ਬਣਾਈ ਹੈ, ਇਹਦੇ ਵਿੱਚ ਕੀ ਕੁਛ ਜਿਹਾ ਤੁਸੀਂ ਮਿਕਸ ਕੀਤਾ ਹੈ ਵੀ ਜਿਹਦੇ ਵਿੱਚ ਸਾਰੀਆਂ ਕਮੀਆਂ ਇਹ ਦੂਰ ਕਰ ਦਿੰਦਾ? ਸਰ ਇਹਦੇ ਵਿੱਚ 26 ਤਰ੍ਹਾਂ ਦੀਆਂ ਬੈਰੀਜ਼ ਪਾਈਆਂ ਗਈਆਂ ਨੇ। ਅੱਛਾ ਜੀ। ਬੈਰੀਜ਼, ਮਸ਼ਰੂਮਸ, ਮਤਲਬ ਐਦਾਂ ਦੇ ਇਨਗਰੀਡੀਐਂਟਸ ਪਾਈਆਂ ਗਈਆਂ ਨੇ। ਠੀਕ ਨਹੀਂ, ਤੁਹਾਨੂੰ ਮੈਂ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਚੀਜ਼ ਦੱਸੂਗਾ। ਮਤਲਬ ਕਿ ਸਾਰਿਆਂ ਤੋਂ ਪਹਿਲਾਂ ਇਹ 'ਚ ਜਿਹੜੀ ਸਾਰਿਆਂ ਤੋਂ ਬੈਸਟ ਚੀਜ਼ ਮੈਨੂੰ ਲੱਗਦੀ ਹੈ ਉਹ ਹੈ ਮੈਂਗੋਸਟੀਨ। ਮੈਂਗੋਸਟੀਨ ਆਪਣਾ ਏਸ਼ੀਆਈ ਫਰੂਟ ਹੈ। ਮੈਂਗੋਸਟੀਨ ਉਹਦੇ 'ਚ ਇੰਨੀ ਐਂਟੀਆਕਸੀਡੈਂਟ ਪਾਵਰ ਆ, ਅਗਰ ਕਿਸੇ ਨੂੰ ਕੈਂਸਰ ਹੈ ਪਹਿਲੀ ਜਾਂ ਦੂਜੀ ਜਾਂ ਤੀਜੀ ਸਟੇਜ, ਈਵਨ ਕਿ ਲਾਸਟ ਸਟੇਜ ਤੱਕ ਵੀ ਆਪਾਂ ਇਹ ਸ਼ੁਰੂ ਕਰ ਸਕਦੇ ਹਾਂ। ਕੈਂਸਰ ਹੈ, ਇਹਦੀ ਇੰਨੀ ਐਂਟੀਆਕਸੀਡੈਂਟ ਪਾਵਰ ਆ ਮੈਂਗੋਸਟੀਨ ਦੀ, ਅਗਰ ਉਹਨੂੰ ਦੇਣਾ ਸ਼ੁਰੂ ਕਰਾਂਗੇ, ਅਗਰ ਬੰਦੇ ਦੀ ਕੀਮੋ ਨਹੀਂ ਲੱਗੀ ਹੋਈ, ਠੀਕ ਨਹੀਂ, ਅਗਰ ਉਹਨੂੰ ਕੈਂਸਰ ਹੈ, ਉਹਦਾ ਟ੍ਰੀਟਮੈਂਟ ਚੱਲ ਰਿਹਾ, ਉਹ ਇਹ ਲੈਣਾ ਸ਼ੁਰੂ ਕਰੇ, ਉਹਦੀ ਮੈਂਗੋਸਟੀਨ ਦੀ ਇੰਨੀ ਪਾਵਰ ਆ, ਉਹ ਕੈਂਸਰ ਨੂੰ ਖਤਮ ਕਰਨਾ ਸ਼ੁਰੂ ਕਰ ਦੇਗਾ। ਜਿਹੜਾ ਕੈਂਸਰ ਦਿਨ ਪ੍ਰਤੀ ਦਿਨ ਬੰਦੇ ਦਾ ਵੱਧ ਰਿਹਾ ਵਾ, ਕਈ ਕੈਂਸਰ ਹੁੰਦੇ ਆ 6 ਮਹੀਨੇ 'ਚ ਵਧਣੇ ਵਾਲੇ, ਕਈ ਹੁੰਦੇ ਆ ਸਾਲ 'ਚ ਵਧਣੇ ਵਾਲੇ, ਕਈ ਹੁੰਦੇ ਆ 5 ਸਾਲ 'ਚ, ਕਈ ਦਿਨਾਂ 'ਚ ਵੱਧਦੇ ਨੇ। ਜਿਸ ਦਿਨ ਤੋਂ ਆਪਣੀ ਬਾਡੀ 'ਚ ਇਹ ਜਿਹੜਾ ਇਨਗਰੀਡੀਐਂਟ ਆ, ਇਹ ਜਿਹੜਾ ਲਿਕੁਇਡ ਆਪਣੀ ਬਾਡੀ 'ਚ ਐਂਟਰ ਕਰਨਾ ਸ਼ੁਰੂ ਹੁੰਦਾ ਵਾ, ਉਸ ਦਿਨ ਤੋਂ ਕੈਂਸਰ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਵਾ, ਉਦੋਂ ਤੋਂ ਸਟਾਪ ਹੋ ਜਾਂਦਾ ਐਂਡ ਦੈਨ ਨੈਕਸਟ ਡੇ ਤੋਂ ਹੀ ਉਹ ਆਪਣਾ ਘਟਣਾ ਸ਼ੁਰੂ ਹੋ ਜਾਂਦਾ। ਇੰਨੀ ਕਿਹਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਤਾਕਤ? ਇਹ ਸਰ ਇਹਦੀ ਇੱਕ ਇਨਗਰੀਡੀਐਂਟ ਦੀ ਪਾਵਰ ਹੈ। ਅੱਛਾ ਜੀ, ਤਾਂ ਮੈਂ ਹੋਰ ਵੀ ਜਾਣਨਾ ਚਾਹੂੰਗਾ, ਜੀ। ਜੇ ਤੁਸੀਂ ਇੱਕ ਦਾ ਹੀ ਇੰਨਾ ਵੱਡਾ ਦੱਸਿਆ ਤਾਂ ਹੋਰ ਇਹਦੇ ਵਿੱਚ ਜੇ ਕੀ ਕੁਝ ਮਿਕਸ? ਸਰ ਇਹਦੇ 'ਚ ਇੱਕ ਹੋਰ ਜ਼ਬਰਦਸਤ ਚੀਜ਼ ਪਾਈ ਗਈ ਹੈ, ਐਲਡਰਬੈਰੀ। ਅੱਛਾ ਜੀ। ਆਪਣੇ ਇੰਡੀਆ 'ਚ ਸਾਰਿਆਂ ਤੋਂ ਵੱਧ ਲੋਕਾਂ ਨੂੰ ਦਿੱਕਤ ਹੈਗੀ ਆ, ਇਨਫੈਕਸ਼ਨ ਫੈਲਦੀ ਆ ਬਹੁਤ ਜਲਦੀ, ਇਮਿਊਨਿਟੀ ਬਹੁਤ ਲੋ ਆ, ਠੀਕ ਨਹੀਂ, ਖੰਘ ਜ਼ੁਕਾਮ ਤੇ ਐਲਰਜੀ। ਮੈਂ ਕਹਿੰਦਾ ਤੁਸੀਂ 100 ਬੰਦਾ ਕਰ ਲਓਗੇ, ਉਹਦੇ 'ਚ 5 ਜਣਿਆਂ ਨੂੰ ਐਲਰਜੀ ਹੈ ਕਿਸੇ ਨਾ ਕਿਸੇ ਚੀਜ਼ ਤੋਂ, ਖੱਟੇ ਤੋਂ, ਮਿੱਠੇ ਤੋਂ, ਧੁੱਪ ਤੋਂ, ਧੂੜ ਤੋਂ, ਹਰ ਬੰਦੇ ਨੂੰ ਅਲੱਗ-ਅਲੱਗ ਤਰ੍ਹਾਂ ਦੀ ਐਲਰਜੀ ਕੋਈ ਨਾ ਕੋਈ ਹੈ। ਜਿਹੜੀ ਐਲਡਰਬੈਰੀ ਹੈ, ਇਹ ਸਾਰਿਆਂ ਤੋਂ ਵੱਧ ਕੰਮ ਕਰਦੀ ਹੈ ਐਲਰਜੀ ਤੇ। ਜਿਨ੍ਹਾਂ ਨੂੰ ਸਕਿਨ ਦੀ ਦਿੱਕਤ ਆ, ਐਲਰਜੀ ਦੀ ਆ, ਜਾਂ ਖੰਘ ਜ਼ੁਕਾਮ ਜਲਦੀ ਹੋ ਜਾਂਦਾ, ਇਹ ਇੰਨੀ ਛੇਤੀ ਇਮਿਊਨਿਟੀ ਨੂੰ ਇੰਪਰੂਵ ਕਰਦੀ ਆ ਨਾ। ਜਿਨ੍ਹਾਂ ਨੂੰ ਐਲਰਜੀ ਹੈ, ਤਕਰੀਬਨ 5 ਤੋਂ 10 ਸਾਲ ਤੋਂ ਆਪਾਂ ਐਵਰੇਜ ਲੈ ਲੈਣੇ, 5 ਤੋਂ 10 ਸਾਲ ਤੋਂ ਅਗਰ ਕਿਸੇ ਨੂੰ ਐਲਰਜੀ ਹੈ, ਉਹ ਲੈਣਾ ਸ਼ੁਰੂ ਕਰੇ, ਵਿਦਿਨ ਮੰਥ ਉਹਨੂੰ ਕੁਛ ਨਾ ਕੁਛ % ਫਰਕ ਪੈਣਾ ਸ਼ੁਰੂ ਹੋਏਗਾ। ਆਪਾਂ ਇਹ ਨਹੀਂ ਕਹਿੰਦੇ ਵੀ ਉਹ ਉਹਦੀ ਬਾਡੀ 'ਚ ਜਾਊਗਾ, ਤੁਸੀਂ ਆਪਾਂ ਇਹਨੂੰ ਕੰਟੀਨਿਊ ਕਰੋ, ਵਿਦਿਨ ਮੰਥ ਇੱਕ ਬੋਟਲ ਨਾਲ ਉਹਦੀ ਐਲਰਜੀ ਨੂੰ ਫਰਕ ਪੈਣਾ ਸ਼ੁਰੂ ਹੋ ਜਾਏਗਾ। ਉਹ ਬਾਡੀ ਦੇ ਅਕੋਰਡਿੰਗ, ਅਗਰ ਬੰਦੇ ਦੀ ਬਾਡੀ ਜਾਂ ਲੇਡੀ ਦੀ ਬਾਡੀ ਸਹੀ ਹੈ, ਜਾਂ ਉਹ ਪਾਣੀ ਵੱਧ ਪੀ ਰਿਹਾ, ਆਪਣੇ ਡੇਲੀ ਰੂਟੀਨ ਆਪਣੀ ਸਹੀ ਰੱਖ ਰਿਹਾ ਵਾ, ਦੈਨ ਉਹਨੂੰ ਫਰਕ ਜਲਦੀ ਪਏਗਾ। ਤੇ ਇਹ ਜਿਹੜੀ ਐਲਡਰਬੈਰੀ ਹੈ ਸਰ, ਇਹ ਐਲਰਜੀ ਦਾ ਪਰਮਾਨੈਂਟ ਟ੍ਰੀਟਮੈਂਟ ਹੈ। ਹੋਰ ਕਿਹੜੀ ਵੈਰਾਈਟੀ ਦਾ ਇਹਦੇ ਵਿੱਚ ਤੁਸੀਂ ਮਿਕਸ? ਸਰ ਇਹਦੇ ਵਿੱਚ ਸਰ ਕ੍ਰੇਨਬੈਰੀ ਹੈ। ਅੱਛਾ ਜੀ। ਕ੍ਰੇਨਬੈਰੀ ਜਿਹੜਾ ਹੈ ਆਪਣਾ, ਇਹ ਲੇਡੀਜ਼ ਲਈ ਸਰ ਵਰਦਾਨ ਹੈ ਇੱਕ ਤਰ੍ਹਾਂ ਦਾ। ਇੰਡੀਅਨ ਲੇਡੀਜ਼ ਕੀ ਕਰਦੀਆਂ ਨੇ, ਜਦੋਂ ਉਹਨਾਂ ਨੂੰ ਮੰਥਲੀ ਪ੍ਰੋਬਲਮ ਆਉਂਦੀ ਆ ਜਾਂ ਹੋਰ ਦਿੱਕਤ ਆਉਂਦੀਆਂ ਨੇ, ਆਪਾਂ ਸਰ ਜੈਂਟਸ ਆ, ਆਪਾਂ ਲੇਡੀਜ਼ ਦੀ ਪ੍ਰੋਬਲਮ ਕਦੇ ਨਹੀਂ ਸਮਝ ਸਕਦੇ। ਲੇਡੀਜ਼ ਦੀ ਪ੍ਰੋਬਲਮ ਲੇਡੀਜ਼ ਗਾਇਨੋਕੋਲੋਜਿਸਟ ਇਹ ਸਮਝ ਸਕਦੀ ਹੈ, ਉਹ ਉਹਨੂੰ ਹੀ ਦੱਸ ਸਕਦੀ ਹੈ। ਬਟ ਆਪਾਂ ਇਹ ਮਹਿਸੂਸ ਕਰ ਸਕਦੇ ਵੀ ਉਹ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਆਉਂਦੀਆਂ ਨੇ ਤਾਂ ਉਹ ਕੀ ਫੀਲ ਕਰਦੀਆਂ ਨੇ। ਜਿਹੜੀ ਕ੍ਰੇਨਬੈਰੀ ਆ, ਇਹ ਉਹਨਾਂ ਦਾ ਜਿਹੜਾ ਯੂਟਰਸ ਸਿਸਟਮ ਆ, ਬ੍ਰੈਸਟ ਫੀਡਿੰਗ ਸਿਸਟਮ ਆ, ਇਹ ਉਹਨੂੰ ਬਹੁਤ ਇੰਪਰੂਵ ਕਰਦਾ। ਲੇਡੀਜ਼ ਨੂੰ ਰਸੌਲੀਆਂ ਹੋ ਜਾਂਦੀਆਂ ਨੇ, ਗੱਠਾਂ ਹੋ ਜਾਂਦੀਆਂ ਨੇ ਚੈਸਟ ਵਿੱਚ, ਬਾਹਾਂ 'ਚ, 30 ਤੋਂ 35 ਸਾਲ ਤੋਂ ਬਾਅਦ ਕੈਲਸ਼ੀਅਮ ਬਣਨਾ ਬੰਦ ਹੋ ਜਾਂਦਾ। ਜਿਹੜਾ ਕ੍ਰੇਨਬੈਰੀ ਆ, ਨੈਚੁਰਲ ਤਰੀਕੇ ਨਾਲ ਲੇਡੀਜ਼ ਦੇ ਅੰਦਰ ਕੈਲਸ਼ੀਅਮ ਵਧਾਉਣਾ ਸ਼ੁਰੂ ਕਰ ਦਿੰਦਾ। ਕੋਈ ਕੈਲਸ਼ੀਅਮ ਦੀ ਚੂਏਬਲ ਟੈਬਲੇਟ ਲੈਣ ਦੀ ਆਪਾਂ ਨੂੰ ਲੱਗ ਤੋਂ ਜ਼ਰੂਰਤ ਨਹੀਂ ਪੈਂਦੀ। ਮਤਲਬ ਜਿਹੜਾ ਕ੍ਰੇਨਬੈਰੀ ਆ, ਉਹ ਲੇਡੀਜ਼ ਤੇ ਜੈਂਟਸ ਲਈ, ਜਿਹੜਾ ਸੈਕਸ਼ੁਅਲਿਟੀ ਲਈ ਆ, ਸਾਰਿਆਂ ਤੋਂ ਬੈਸਟ ਹੈ ਕ੍ਰੇਨਬੈਰੀ। ਇੱਕ ਦੋ ਬੈਰੀਜ਼ ਹੋਰ ਤੁਸੀਂ ਦੱਸੋ ਜਿਸ ਦੇ ਵਿੱਚ ਜੋ ਕਿੱਥੋਂ ਮਿਲਦੀਆਂ ਨੇ ਔਰ ਕੀ ਉਸ ਦਾ ਕੰਮ ਹੈਗਾ? ਸਰ ਇਹਦੇ 'ਚ ਤੁਹਾਨੂੰ ਆਪਾਂ ਦੱਸੀਏ, ਇਹਦੇ 'ਚ ਪਾਇਆ ਗਿਆ ਜੀ ਐਲੋਵੇਰਾ। ਜੀ। ਐਲੋਵੇਰਾ ਇੱਕ ਐਦਾਂ ਦੀ ਚੀਜ਼ ਆ, ਪਹਿਲੀ ਗੱਲ ਤਾਂ ਜਿਹੜਾ ਅਸੀਂ ਇਹਦੇ ਵਿੱਚ ਪਵਾਇਆ ਗਿਆ ਵਾ, ਉਹ ਸਰ ਹੈ ਇੰਪੋਰਟਡ ਹੈ, ਉਹ ਲੋਕਲ ਨਹੀਂ ਬਣਾਉਂਦੇ ਆਪਾਂ। ਐਲੋਵੇਰਾ ਜਿਹੜਾ ਇੰਡੀਆ 'ਚ ਬਣ ਰਿਹਾ, ਉਹ ਜਿੱਥੇ ਐਲੋਵੇਰਾ ਹੈ, 400 ਕਿਸਮ ਦਾ ਐਲੋਵੇਰਾ ਹੈ, ਉਹਦੇ 'ਚ ਸਿਰਫ 11 ਤੋਂ 12 ਕਿਸਮ ਦਾ ਐਲੋਵੇਰਾ ਆਪਾਂ ਲੈ ਸਕਦੇ ਹਾਂ। ਉਹਦੇ 'ਚੋਂ ਵੀ ਸਿਰਫ 2 ਜਾਂ 3 ਬੈਸਟ ਨੇ ਆਪਣੀ ਬਾਡੀ ਲਈ, ਉਹ ਇਹਦੇ ਵਿੱਚ ਪਾਇਆ ਗਿਆ ਵਾ। ਐਲੋਵੇਰਾ ਇੱਕ ਇੱਦਾਂ ਦੀ ਚੀਜ਼ ਹੈ ਜਿੱਥੇ ਲਾਈਟ ਵੀ ਨਹੀਂ ਪਹੁੰਚਦੀ ਸਰ, ਆਪਣੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਜਿੱਥੇ ਲਾਈਟ ਵੀ ਨਹੀਂ ਪਹੁੰਚਦੀ, ਉੱਥੇ ਐਲੋਵੇਰਾ ਪਹੁੰਚਦਾ ਹੈ। ਤੁਸੀਂ ਕੋਈ ਵੀ ਚੀਜ਼ ਆ, ਅਗਰ ਉਹ ਐਲੋਵੇਰਾ ਨਾਲ ਲੈਣਾ ਸ਼ੁਰੂ ਕਰ ਦਿਓ, ਉਹਦਾ ਅਸਰ ਡਬਲ ਹੋਏਗਾ ਤੇ ਛੇਤੀ ਹੋਏਗਾ। ਜਿਹੜੀ ਇਹਦੇ ਵਿੱਚ ਬੈਰੀਜ਼ ਜਾਂ ਹੋਰ ਜਿਹੜੀ ਇਹਦੇ ਇਨਗਰੀਡੀਐਂਟਸ ਪਾਏ ਗਏ ਨੇ, ਅਗਰ ਉਹ ਐਲੋਵੇਰਾ ਨਾਲ ਲਵਾਂਗੇ ਆਪਾਂ, ਐਲੋਵੇਰਾ ਉਹਨੂੰ ਸਪੋਰਟ ਵੀ ਕਰੇਗਾ ਤੇ ਜਿਹੜੀ ਬਾਡੀ 'ਚ ਡਿਟੌਕਸੀਫਿਕੇਸ਼ਨ ਨੂੰ ਆਪਾਂ ਨੂੰ એનર્ਜੀ ਚਾਹੀਦੀ ਆ, ਉਹ ਦੇਗਾ। ਐਲੋਵੇਰਾ ਦਾ ਸਰ ਇੱਦਾਂ ਕਿ ਅਗਰ ਆਪਾਂ ਇਹਦੇ ਗੁਣ ਗਾਣੇ ਸ਼ੁਰੂ ਕਰੀਏ ਤਾਂ ਘੰਟੇ ਜਾਂ 2 ਘੰਟੇ ਆਪਾਂ ਨੂੰ ਚਾਹੀਦੇ ਨੇ। ਓਕੇ।
ਠੀਕ ਨਹੀਂ, ਇਹਦੇ ਚ ਪੋਮੀਗ੍ਰੇਨੇਟ ਪਾਇਆ ਗਿਆ ਵਾ। ਤੁਸੀਂ ਇਦਾਂ ਦੱਸੋ ਆਪਣੀ ਪਰ ਡੇ ਦੀ ਜਿਹੜੀ ਆਪਣੀ ਨੀਡ ਆ 2.5 ਤੋਂ 3 ਕਿਲੋ ਖੱਟੇ ਫਰੂਟ ਨੇ, ਕੌਣ ਖਾਂਦਾ ਸਰ ਆਪਣੇ? 300 ਤੋਂ 400 ਰੁਪਈਆ, 100-200 ਰੁਪਏ ਕਿ ਡੇਲੀ ਕੌਣ ਲਾਉਂਦਾ ਆਪਣੀ ਬੋਡੀ ਤੇ? ਕੋਈ ਨਹੀਂ ਲਾਉਂਦਾ। ਜਦੋਂ ਆਪਾਂ ਇਹ ਲਿਕੁਇਡ ਲੈਣਾ ਸ਼ੁਰੂ ਕਰ ਦਿੰਦੇ ਆ, ਆਪਣੀ ਬੋਡੀ 'ਚ ਜਿਹੜੀ ਵਿਟਾਮਿਨ ਸੀ ਜਿਹੜਾ ਆਪਾਂ ਨੂੰ ਡੇਲੀ ਚਾਹੀਦਾ ਹੈ, ਉਹ ਆਪਾਂ ਨੂੰ ਮਿਲਣਾ ਸ਼ੁਰੂ ਹੋ ਜਾਂਦਾ ਪਹਿਲੇ ਦਿਨ ਤੋਂ। ਵਿਟਾਮਿਨ ਸੀ ਇੱਕ ਐਦਾਂ ਦਾ ਆਪਣਾ ਵਿਟਾਮਿਨ ਆ, ਜਦੋਂ ਆਪਾਂ ਵਾਸ਼ਰੂਮ ਜਾਣਾ ਵਾ, ਆਪਣਾ ਯੂਰਾਈਨ ਪਾਸ ਕਰਨਾ, ਇਹ ਬੋਡੀ 'ਚੋਂ ਫਲਸ਼ ਆਊਟ ਹੋਊਗਾ। ਇਹ ਜਿੰਨਾ ਆਪਾਂ ਨੂੰ ਮਿਲ ਸਕੇ ਇਹ ਓਨਾ ਬੈਸਟ ਆ। ਇਹਦੇ 'ਚ ਹਾਈਐਸਟ ਮਾਤਰਾ 'ਚ ਵਿਟਾਮਿਨ ਸੀ ਆ। ਇਹਦੇ 'ਚ ਸਿਰਫ ਪਾਇਆ ਗਿਆ ਵਾ ਸੀ ਬਕਥੌਰਨ। ਸੀ ਬਕਥੌਰਨ ਇੱਕ ਐਦਾਂ ਦੀ ਲਗਾ ਲਓ ਵੀ ਫਰੂਟ ਹੈ, ਜੜੀ ਬੂਟੀ ਹੈ, ਜਿਹੜੀ ਸਿਰਫ ਪਹਾੜਾਂ ਤੇ ਪਾਈ ਜਾਂਦੀ ਹੈ, ਜਿਹਦੀ ਹਾਈਟ ਸਿਰਫ 3 ਤੋਂ 4 ਫੁੱਟ ਹੈ, ਬਟ ਉਹਦੀਆਂ ਜੜ੍ਹਾਂ 100 ਤੋਂ 400 ਫੁੱਟ ਨੇ। ਤੇ ਜਿਹੜਾ ਸੀ ਬਕਥੌਰਨ ਫਰੂਟ ਆ ਉਹ ਆਪਣੀ ਇੰਡੀਅਨ ਆਰਮੀ ਆ, ਜਿਹੜੀ ਕਿ ਐਦਾਂ ਦੇ ਜਗ੍ਹਾ ਤੇ ਰਹਿ ਰਹੀ ਹੈ ਜਿੱਥੇ ਜ਼ਿੰਦਗੀ ਅਸੰਭਵ ਆ, ਉੱਥੇ ਇਹ ਚੀਜ਼ ਪਾਈ ਜਾਂਦੀ ਹੈ, ਉੱਥੇ ਇਹ ਚੀਜ਼ ਆਪਣੀ ਇੰਡੀਅਨ ਆਰਮੀ ਨੂੰ ਦਈ ਜਾਂਦੀ ਹੈ। ਵਰਡ ਸਟਰੋਂਗ ਆਪਣੀ ਇੰਡੀਅਨ ਆਰਮੀ ਹੈ ਜਿਹੜੀ ਕਿ ਇਹ ਚੀਜ਼ ਲੈਂਦੀ ਹੈ। ਅੱਛਾ, ਸੀ ਬਕਥੌਰਨ 'ਚ ਹੈ ਕਿ ਇਹ 'ਚ ਹਾਈਐਸਟ ਮਾਤਰਾ ਵਿੱਚ ਵਿਟਾਮਿਨ ਸੀ ਹੈ। ਅੱਛਾ, ਅਸੀਂ ਐਂਟੀਆਕਸੀਡੈਂਟ ਪਾਵਰ ਜਾਂ ਵਿਟਾਮਿਨ ਮਿਨਰਲਸ ਤੇ ਆਪਾਂ ਇਹ 'ਤੇ ਜ਼ੋਰ ਦਿੱਤਾ ਵਾ। ਬੋਡੀ 'ਚ ਕੋਈ ਵੀ ਬਿਮਾਰੀ ਆਉਂਦੀ ਉਹ ਸਿਰਫ ਡੈਫੀਸ਼ੀਐਂਸੀ ਨਾਲ ਹੀ ਆਉਂਦੀ ਆ। ਤੁਹਾਡੀ ਬੋਡੀ 'ਚ ਵਿਟਾਮਿਨ ਡੀ ਘਟਿਆ, ਵਿਟਾਮਿਨ ਡੀ ਘਟਣੀ ਆ, ਤੁਹਾਡਾ ਆਰਬੀਸੀ ਘਟ ਜਾਣੇ, ਰੈੱਡ ਬਲੱਡ ਸੈੱਲ ਘਟ ਜਾਣੇ। ਜਦੋਂ ਆਰਬੀਸੀ ਘਟਣੇ ਆ, ਬੋਡੀ ਦੀ ਡੈਫੀਸ਼ੀਐਂਸੀ ਬੋਡੀ ਨੇ ਅੰਦਰੋਂ ਖਿੱਚਣਾ ਸ਼ੁਰੂ ਹੋ ਜਾਣਾ। ਜਿੱਥੇ ਫਿਰ ਤੁਹਾਡੇ ਅੰਦਰ ਕੋਈ ਦਿੱਕਤ ਜਾਂ ਕੋਈ ਸੱਟ ਲੱਗੀ ਹੋਈ, ਉੱਥੇ ਛੋਟੀ ਤੋਂ ਵੱਡੀ ਪ੍ਰੋਬਲਮ ਆਣੀ ਆਣੀ। ਇਹ ਕੀ ਕਰਦਾ, ਜਿਹੜਾ ਇਹਦੇ ਵਿੱਚ ਸੀ ਬਕਥੌਰਨ ਆ, ਹੋਰ ਤਰ੍ਹਾਂ ਦੇ ਜਿਹੜੇ ਇਨਗਰੀਡੀਅੰਟਸ ਪਾਏ ਗਏ ਨੇ, ਉਹ ਉਹਨਾਂ ਨੂੰ ਕਵਰ ਕਰਦਾ ਤੇ ਜਿਹੜੀ ਡੈਫੀਸ਼ੀਐਂਸੀ ਨਾਲ ਪ੍ਰੋਬਲਮ ਆਈ ਹੁੰਦੀ ਹੈ, ਡੈਫੀਸ਼ੀਐਂਸੀ ਤਾਂ ਕਲੀਅਰ ਕਰਦਾ ਹੀ ਆ, ਪ੍ਰੋਬਲਮ ਵੀ ਨਾਲ ਠੀਕ ਕਰਦਾ। ਸੀ ਬਕਥੌਰਨ ਵਿੱਚ ਓਮੇਗਾ 3, 6, 7, 9 ਸਾਰੇ ਆਪਾਂ ਨੂੰ ਓਮੇਗਾ ਫੈਟੀ ਐਸਿਡਸ ਪੂਰੇ ਹੋ ਜਾਂਦੇ ਨੇ। ਆਪਾਂ ਨੂੰ ਫਿਸ਼ ਆਇਲ ਅਲੱਗ ਤੋਂ ਲੈਣ ਦੀ ਜ਼ਰੂਰਤ ਨਹੀਂ ਪੈਂਦੀ। ਜਿਹੜੇ ਆਪਣੇ ਵੈਜ ਨੇ ਜਾਂ ਜਿਹੜੇ ਆਪਣੇ ਧਾਰਮਿਕ ਲੋਕ ਨੇ, ਜਿਨ੍ਹਾਂ ਨੂੰ ਮਜਬੂਰਨ ਡਾਕਟਰ ਫਿਸ਼ ਆਇਲ ਦਿੰਦੇ ਨੇ, ਠੀਕ ਨਹੀਂ, ਉਹ ਪਿਓਰ ਵੈਜ ਤਰੀਕੇ ਨਾਲ ਆਪਣਾ ਇਹ ਓਮੇਗਾ ਫੈਟੀ ਐਸਿਡ ਇਹਦੇ ਵਿੱਚੋਂ ਪਾ ਸਕਦੇ ਨੇ। ਜਿਸ ਤਰ੍ਹਾਂ ਮੈਂ ਬਾਹਰ ਆਪਣ ਬੈਠੇ ਹੋਏ ਸੀ, ਗੱਲ ਕਰ ਰਹੇ ਸੀ ਵੀ ਜੋੜਾਂ ਦਾ ਦਰਦ ਵੀ ਉਹ ਕਹਿ ਰਹੇ ਸੀ ਵੀ ਠੀਕ ਹੋ ਗਿਆ, ਜਿਵੇਂ ਗੋਡਿਆਂ ਦਾ ਦਰਦ, ਉਹ ਕਿਹੜਾ ਇਹਦੇ ਵਿੱਚ ਤੁਸੀਂ ਇਹ ਜਿਹਾ ਇੰਟੀਗਰ ਪਾਇਆ ਵੀ ਜਿਹਦੇ ਨਾਲ ਜੋੜਾਂ ਦਾ ਦਰਦ ਵੀ ਠੀਕ ਹੋ ਜਾਂਦਾ, ਗੋਡਿਆਂ ਦਾ ਦਰਦ ਜਿਵੇਂ? ਸਰ, ਤੁਹਾਨੂੰ ਇਹ ਨਾ ਲੇਅਰ ਹੁੰਦੀ ਆ। ਕਈ ਕਹਿੰਦੇ ਆ ਵੀ ਗੋਡਿਆਂ ਦਾ ਗਰੀਸ ਖਤਮ ਹੋ ਗਿਆ, ਇਹ ਚੀਜ਼ ਹੋ ਗਈ। ਗੋਡਿਆਂ ਦਾ ਗਰੀਸ ਕਦੇ ਨਹੀਂ ਖਤਮ ਹੁੰਦਾ। ਉਹ ਜਿਹੜੀ ਲੇਅਰ ਆ ਉਹ ਥਿਨ ਹੋ ਜਾਂਦੀ ਆ। ਕਾਰਟਿਲੇਜ ਕਹਿੰਦੇ ਆਪਾਂ ਨੂੰ। ਆਪਣਾ ਜਿਹੜਾ ਕੰਨ ਆ ਇਹ ਵਾਲਾ, ਇਹ ਕਾਰਟਿਲੇਜ ਲੇਅਰ ਹੈ ਇੱਕ ਤਰ੍ਹਾਂ ਦੀ। ਇੱਥੇ ਕਿਸੇ ਦਾ ਪ੍ਰੈਸ਼ਰ ਨਹੀਂ ਹੈ। ਆਪਣੀ ਪੂਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਇੱਦਾਂ ਹੀ ਰਹਿੰਦੇ ਨੇ, ਬਟ ਆਪਣਾ ਲਾਈਫ ਸਟਾਈਲ ਇੱਦਾਂ ਹੋਇਆ ਜਾਂਦਾ ਵਾ। ਆਪਣਾ ਵੇਟ ਆਪਾਂ ਵਧਾ ਲੈਂਦੇ ਆ, ਫਿਰ ਜਿਹੜੀ ਆਪਣੀ ਲੇਅਰ ਆ, ਇਹ ਗੋਡਿਆਂ ਦੇ ਵਿਚਾਲੇ ਲੇਅਰ ਆ, ਇੱਥੇ ਪ੍ਰੈਸ਼ਰ ਪੈਣਾ ਸ਼ੁਰੂ ਹੁੰਦਾ ਵਾ। ਇਹ ਜਿਹੜੀ ਇਹਦੇ ਵਿੱਚ ਜਿਹੜੇ ਇਨਗਰੀਡੀਅੰਟਸ ਨੇ, ਜਿੱਦਾਂ ਮੈਂਗੋਸਟੀਨ ਲਗਾ ਲਓ, ਮੈਂਗੋਸਟੀਨ 'ਚ ਇੰਨੀ ਪਾਵਰ ਹੈ, ਜਿਹੜੀ ਉਹ ਲੇਅਰ ਆ ਦੁਬਾਰੇ ਰਿਜੂਵਨੇਟ ਕਰ ਦਿੰਦੀ ਹੈ। ਇਹ ਆਪਣੇ ਤੁਹਾਨੂੰ ਦੱਸਦਾ ਜੀ, ਇਹ ਪਹਿਲੇ ਮੰਥ ਅਗਰ ਆਪਾਂ ਲਵਾਂਗੇ, ਸਾਡੀ ਨੌਲੇਜ ਵਿੱਚ ਇਹ ਰਿਹਾ ਵਾ, ਮੈਂ ਮਤਲਬ ਪੁਖਤਾ ਨਹੀਂ ਕਹਿ ਰਹੇ ਆਪਾਂ, ਸਾਡੀ ਨੌਲੇਜ 'ਚ ਇਹ ਰਿਹਾ, ਅਗਰ ਤੁਸੀਂ 1 ਤੋਂ 2 ਮਹੀਨੇ ਨੂੰ ਲਵਾਂਗੇ ਤਾਂ ਆਪਾਂ ਇਹ ਨਹੀਂ ਕਹਿੰਦੇ ਤੁਹਾਨੂੰ ਕੋਈ ਕ੍ਰਿਟੀਕਲ ਪ੍ਰੋਬਲਮ ਆ, ਉਹ 2 ਮਹੀਨੇ 'ਚ ਠੀਕ ਹੋਏਗੀ। ਇਹ ਕੀ ਕਰੇਗਾ, ਇਹਦੇ ਵਿੱਚ ਜਿਹੜੇ ਇਨਗਰੀਡੀਅੰਟਸ ਨੇ, ਇਹ ਤੁਹਾਡੀ ਬਾਡੀ ਦੇ ਪਹਿਲਾਂ ਸੈੱਲ ਰਿਜੂਵਨੇਟ ਕਰੇਗਾ। ਜਿਹੜੇ ਸੈੱਲ ਡਾਊਨ ਨੇ ਉਹਨਾਂ ਨੂੰ ਰਿਜੂਵਨੇਟ ਕਰੇਗਾ, ਤੇ ਜਿਹੜੇ ਡੈਮੇਜ ਸੈੱਲ ਨੇ ਉਹਨਾਂ ਨੂੰ ਫਲਸ਼ ਆਊਟ ਕਰੇਗਾ, ਡਿਟੌਕਸੀਫਿਕੇਸ਼ਨ 'ਚ ਕੰਮ ਕਰੇਗਾ। ਤਕਰੀਬਨ 3 ਤੋਂ 6 ਮਹੀਨੇ ਦੇ ਵਿੱਚ ਫਿਰ ਇਹ ਆਪਾਂ ਨੂੰ ਬਾਡੀ ਨੂੰ એનર્ਜੀ ਦੇਣਾ ਸ਼ੁਰੂ ਕਰ ਦੇਗਾ ਨੈਚੁਰਲੀ। ਅਗਰ ਤੁਹਾਨੂੰ ਕੋਈ ਦਿੱਕਤ ਹੈ, ਨਾਰਮਲੀ ਦਿੱਕਤ ਹੈ, ਤੁਸੀਂ ਕੋਈ ਮੈਡੀਕੇਸ਼ਨ ਲੈ ਰਹੇ ਹੋ, ਤਾਂ ਆਪਾਂ ਨੂੰ ਇਹ ਚਾਹੀਦਾ ਮੈਡੀਕੇਸ਼ਨ ਇਹਦੇ ਨਾਲ ਕੰਟੀਨਿਊ ਕਰਨੀ ਹੈ ਆਪਾਂ। ਤੁਹਾਨੂੰ ਬੀਪੀ ਦੀ ਦਿੱਕਤ ਹੈ, ਬਟ ਆਪਾਂ ਬੀਪੀ ਦੀ ਕੋਈ ਟੈਬਲੇਟ ਆਪਾਂ ਬੰਦ ਨਹੀਂ ਕਰਾਣੀ। ਇੱਕ ਹੋਰ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਆਪਣੇ ਇੰਡੀਅਨਸ ਵਿੱਚ, ਕਈ ਲੋਕ ਪਤਲੇ ਬਹੁਤ ਨੇ, ਕਈ ਲੋਕ ਮੋਟੇ ਬਹੁਤ ਨੇ। ਇਹ weight ਰਿਡਿਊਸ ਤੇ weight gain 'ਚ ਵੀ ਹੈਲਪ ਕਰਦਾ। ਸਿਰਫ ਇੱਕ ਆਪਣਾ ਜਿਹੜਾ ਇਹ ਆਰਪਲਸ ਹੈ, ਇਹਨੂੰ ਸਰ ਅਗਰ ਤਾਂ ਆਪਾਂ ਐਮਟੀ ਸਟਮਕ ਲਵਾਂਗੇ ਵਿਦ ਵਾਰਮ ਵਾਟਰ, ਇਹ ਆਪਣਾ weight ਘਟਾਉਣਾ ਸ਼ੁਰੂ ਕਰ ਦੇਗਾ। ਅਗਰ ਆਪਾਂ ਇਹਨੂੰ ਵਿਦ ਮੀਲ ਲਵਾਂਗੇ, ਇਹ ਆਪਣੀ ਖੁਰਾਕ ਬਣ ਕੇ ਆਪਾਂ ਨੂੰ ਸਿਹਤ ਬਣਾਵੇਗਾ। ਯਾਨੀ ਕਿ ਇਹਨੂੰ ਖਾਲੀ ਪੇਟ ਅਗਰ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰ ਦਾਂਗੇ ਤਾਂ ਤੁਹਾਡਾ ਮੋਟਾਪਾ ਘਟ ਜਾਊਗਾ। ਅਗਰ ਤੁਸੀਂ ਖਾਣੇ ਦੇ ਨਾਲ ਇਹਨੂੰ ਲੈਣਾ ਸ਼ੁਰੂ ਕਰ ਦੋਗੇ, ਜਿਹੜੇ ਪਤਲੇ ਨੇ ਮੋਟੇ ਹੋਣੇ ਸ਼ੁਰੂ ਹੋ ਜਾਣਗੇ। ਤੁਹਾਨੂੰ ਦੱਸੀਏ, ਜਿਹੜਾ ਬੰਦਾ ਮੋਟਾ ਵਾ ਉਹਦਾ ਮੈਟਾਬੋਲਿਜ਼ਮ ਬਹੁਤ ਵੀਕ ਹੁੰਦਾ ਵਾ। ਖਾਲੀ ਪੇਟ ਅਗਰ ਇਹਨੂੰ ਜਾਏਗਾ, ਇਹਦੇ ਜਿਹੜੇ ਇਨਗਰੀਡੀਅੰਟਸ ਵਿੱਚ ਪਾਏ ਗਏ ਨੇ ਉਹ ਇਹਦਾ ਮੈਟਾਬੋਲਿਜ਼ਮ ਸਟਰੋਂਗ ਕਰਨਗੇ। ਜੋ ਮੈਟਾਬੋਲਿਜ਼ਮ ਸਟਰੋਂਗ ਕਰੂਗਾ, ਜਿਹੜੀ ਆਪਣੀ ਬੈਡ ਫੈਟ ਆ ਉਹ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ। ਜੋ ਪਤਲੇ ਬੰਦੇ ਨੇ ਉਹਨਾਂ ਦੇ ਕੀ ਹੁੰਦਾ, ਆਪਣੇ ਇੰਟੈਸਟਾਈਨ ਵਿੱਚ ਵਿਲੀਜ਼ ਹੁੰਦੀ ਆ,
ਵਿਲੀਜ਼ ਦੀ ਸ਼ੇਪ ਆ ਹੁੰਦੀ ਆ, ਉਹਦੇ ਵਿੱਚ ਜੋ ਆਪਾਂ ਫਾਸਟ ਫੂਡ ਖਾਂਦੇ ਆ, ਜੋ ਪੈਸਟੀਸਾਈਡ ਜਾਂਦੇ ਆ, ਕੈਮੀਕਲ ਜਾਂਦੇ ਆ, ਉਹ ਸਟਕ ਕਰ ਜਾਂਦੇ ਆ ਵਿਲੀ ਵਿੱਚ। ਇਹਦੇ ਵਿੱਚ ਜਿਹੜਾ ਇਨਗਰੀਡੀਅੰਟ ਪਾਇਆ ਗਿਆ ਐਲੋਵੇਰਾ, ਉਹ ਕੀ ਕਰਦਾ, ਉਹ ਇਨਗਰੀਡੀਅੰਟਸ ਨੂੰ ਸਾਫ਼ ਕਰਦਾ, ਉਹ ਗੰਦਗੀ ਕੱਢਦਾ। ਹੋ ਸਕਦਾ ਜਦੋਂ ਇਹ ਆਪਾਂ ਸ਼ੁਰੂ ਕਰੀਏ ਆਪਾਂ ਨੂੰ ਲੂਜ਼ ਮੋਸ਼ਨ, ਵੋਮਟਿੰਗ ਜਾਂ ਸਿਰ ਦਰਦ ਐਦਾਂ ਦੀ ਕੋਈ ਦਿੱਕਤ ਆਪਾਂ ਨੂੰ ਆ ਸਕਦੀ ਆ, ਬਟ ਉਹ ਗੁੱਡ ਸਿੰਪਟਮ ਆ। ਇਹ ਸ਼ੁਰੂ ਕਰਨ ਤੋਂ ਪਹਿਲਾਂ ਪੇਸ਼ੈਂਟ ਨੂੰ ਦੱਸਣਾ ਜ਼ਰੂਰੀ ਹੈ ਵੀ ਜਦੋਂ ਤੁਸੀਂ ਇਹ ਲਓਗੇ ਤੁਹਾਨੂੰ ਲੂਜ਼ ਮੋਸ਼ਨ ਆ ਸਕਦੇ ਨੇ, ਤੁਹਾਨੂੰ ਵੋਮਟਿੰਗ ਆ ਸਕਦੀ ਹੈ, ਤੁਹਾਡੇ ਸਕਿਨ ਤੇ ਰੈਸ਼ਸ ਹੋ ਸਕਦੇ ਆ, ਘਬਰਾਹਟ ਹੋ ਸਕਦੀ ਆ, ਫੀਵਰ ਹੋ ਸਕਦਾ ਵਾ। ਜਦੋਂ ਪੇਸ਼ੈਂਟ ਸਾਨੂੰ ਫੋਨ ਕਰਦੇ ਆ ਜੀ ਸਾਨੂੰ 102 ਫੀਵਰ ਹੋ ਗਿਆ, ਅਸੀਂ ਉਹਨੂੰ ਮੁਬਾਰਕਾਂ ਦਿੰਨੇ ਆ ਵੀ ਕੰਗ੍ਰੈਚੁਲੇਸ਼ਨ, ਹੀ ਗੁੱਡ ਸਿੰਪਟਮ ਆ, ਬਹੁਤ ਵਧੀਆ ਹੋਇਆ। ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਵੀ ਅਸੀਂ ਕਹਿੰਦੇ ਵੀ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ, ਵੀ ਚਾਹੇ ਪਹਿਲੇ ਦਿਨ ਕਰੇ ਚਾਹੇ 20ਵੇਂ ਦਿਨ ਕਰੇ, ਵੀ ਇਹਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ। ਜੋ ਪਤਲੇ ਬੰਦੇ ਨੇ ਜਦੋਂ ਉਹਨਾਂ ਦੀ ਵਿਲੀ ਸਾਫ਼ ਹੋਣ ਲੱਗ ਜਾਂਦੀ ਆ, ਫਿਰ ਉਹ ਕੁਛ ਵੀ ਖਾਣ ਉਹਨਾਂ ਨੂੰ ਖਾਧਾ ਪੀਤਾ ਲੱਗਣਾ ਸ਼ੁਰੂ ਹੋ ਜਾਂਦਾ ਵਾ। ਬੈਸਟ ਤੁਸੀਂ ਜਦੋਂ ਵੀ ਇਹ ਚੀਜ਼ ਯੂਜ਼ ਕਰਨੀ, ਇੱਕ ਵਾਰ ਰੱਬ ਦਾ ਨਾਮ ਲੈ ਕੇ ਸ਼ੁਰੂ ਕਰ ਦਿਓ। ਰੱਬ ਦਾ ਨਾਮ ਲੈ ਕੇ ਕੋਈ ਚੀਜ਼ ਸ਼ੁਰੂ ਕੀਤੀ ਹੋਈ ਨਾ, ਫਿਰ ਉਹ ਇਦਾਂ ਜਾਂ ਤਾਂ ਉਹ ਠੀਕ ਕਰੇਗੀ, ਠੀਕ ਨਹੀਂ, ਜਾਂ ਤਾਂ ਉਹ ਬਿਲਕੁਲ ਠੀਕ ਕਰੇਗੀ। ਇੱਕ ਹੁੰਦਾ ਠੀਕ ਕਰਿਆ, ਇੱਕ ਹੋਇਆ ਬਿਲਕੁਲ ਠੀਕ। ਇਹਦੇ 'ਚ ਫਰਕ ਕੀ ਆ? ਜਿਹੜੀ ਬਿਲਕੁਲ ਆਪਾਂ ਕੋਈ ਮੈਡੀਸਨ ਲਿਆਏ, ਉਹਨੇ ਆਪਾਂ ਨੂੰ ਠੀਕ ਕਰਤਾ, ਆਪਾਂ ਕਹਿੰਦੇ ਬਹੁਤ ਵਧੀਆ ਹੋਇਆ। ਇੱਕ ਹੋ ਗਿਆ ਬਿਲਕੁਲ ਠੀਕ, ਜਿਹਨੇ ਪਰਮਾਨੈਂਟ ਠੀਕ ਕਰਤਾ। ਇਹ ਆਪਣੀ ਪਰਮਾਨੈਂਟ ਪ੍ਰੋਬਲਮ ਤੇ ਕੰਮ ਕਰੇਗੀ। ਜਦੋਂ ਆਪਾਂ ਲੈਣਾ ਸ਼ੁਰੂ ਕਰਦੇ ਹਾਂ, ਸਪਿਰਿਚੁਅਲਿਟੀ ਪਾਵਰ ਆਪਣੀ ਵਧਣੀ ਸ਼ੁਰੂ ਹੋ ਜਾਂਦੀ ਹੈ, ਆਪਣਾ ਜਿਹੜਾ ਮਾਈਂਡ ਆ ਰਿਲੈਕਸ ਰਹਿਣਾ ਸ਼ੁਰੂ ਹੋ ਜਾਂਦਾ। ਇੱਕ ਵਾਰ ਬੰਦੇ ਨੂੰ ਮੰਨ ਲਓ ਬੀਪੀ ਹੈ, ਸ਼ੂਗਰ ਹੈ, ਇੱਕ ਵਾਰ ਇਹ ਜਿਹੜਾ ਆਪਣਾ ਆਰ ਪਲਸ ਹੈ ਦਿੱਕਤ ਵਧਾਏਗਾ ਹੀ ਵਧਾਏਗਾ। 99% ਦਿੱਕਤ ਕਿਉਂ ਵਧਾਏਗਾ? ਕਿਉਂਕਿ ਇੱਕ ਵਾਰ ਤਾਂ ਸਿਰਫ ਬਿਮਾਰੀ ਅੰਦਰੋਂ ਕੱਢਣੀ ਆ। ਕਿਸੇ ਨੂੰ ਬੀਪੀ ਆ ਰਿਹਾ 160, 170, 180 ਇੰਨਾ ਹੀ ਰਹਿੰਦਾ ਬੀਪੀ, ਉਹ ਲੈਣ ਤੋਂ ਬਾਅਦ ਇੱਕ ਹਫ਼ਤੇ ਬਾਅਦ ਉਹਦਾ ਬੀਪੀ 200 ਆ ਰਿਹਾ ਵਾ। ਉਹਨਾਂ ਨੂੰ ਕਹਿਣਾ ਤੁਸੀਂ ਤੁਹਾਨੂੰ ਕੋਈ ਮੈਡੀਸਿਨ ਲੈਣ ਦੀ ਜ਼ਰੂਰਤ ਨਹੀਂ, ਤੁਸੀਂ ਆਪਣਾ ਰਿਲੈਕਸ ਕਰੋ, ਆਪਣੀ ਡੇਲੀ ਰੂਟੀਨ ਉੱਦਾਂ ਹੀ ਰੱਖੋ, ਪਾਣੀ ਥੋੜ੍ਹਾ ਜਿਹਾ ਵਧਾਓ। ਇਹਨੇ ਕੀ ਕਰਨਾ, ਹੁਣ ਜਿੱਥੇ ਬਲੋਕੇਜ ਆ ਉੱਥੇ ਤਾਂ ਕੰਮ ਕਰੇਗਾ ਹੀ ਇਹ ਬੀਪੀ ਜਿਹੜਾ ਵਧਣ ਦਾ ਕਾਰਨ ਆ। ਜੀ ਉੱਥੇ ਮੀਨ ਇਹ ਸਾਰੇ ਵਰਕ ਤੇ ਆਪਾਂ ਆਯੁਰਵੇਦ ਵਿੱਚ ਅਲੱਗ-ਅਲੱਗ ਜੜੀ ਬੂਟੀ ਨਹੀਂ ਆਪਾਂ ਦਿੰਦੇ, ਉਹਦੇ ਵਿੱਚ ਸਿਰਫ ਇੱਕ ਹੀ ਚੀਜ਼ ਦੇ ਦਿੰਦੇ ਆਪਾਂ, ਜਿਹੜੇ ਕਿ ਆਲ ਓਵਰ ਜੈਂਟਸ ਤੋਂ ਬੱਚਿਆਂ ਨੂੰ ਆਪਾਂ ਇਹ ਬਹੁਤ ਘੱਟ ਮਾਤਰਾ 'ਚ ਦਈਏ। 12 ਤੋਂ 13 ਸਾਲ ਤੋਂ ਪਲੱਸ ਉਮਰ ਦੇ ਬੱਚਿਆਂ ਨੂੰ ਦੇ ਸਕਦੇ ਹਾਂ ਇਹ 5 ਤੋਂ 10 ml। ਉਹਨਾਂ ਨੂੰ ਆਪਾਂ ਦਈਏ ਸਿਰਫ ਖਾਣੇ ਨਾਲ। ਬੱਚਿਆਂ ਦੀ ਸਿਹਤ ਪਹਿਲਾਂ ਹੀ ਵਧੀਆ ਹੁੰਦੀ ਹੈ। ਉਹਨਾਂ ਨੂੰ ਸਿਰਫ ਜਿਹਦਾ ਸਰ ਆਪਰੇਸ਼ਨ ਹੋਇਆ ਵਾ, ਬੋਡੀ ਮੈਡੀਕਲ ਡਿਸਆਰਡਰ ਹੈ, ਉਹਨੂੰ 10 ਦਿਨ ਹੋਏ ਨੇ, ਮਹੀਨਾ ਹੋਇਆ, ਸਾਡੀ ਰਿਕੁਐਸਟ ਆ ਉਹ ਕਦੇ ਨਾ ਲਓ, ਕਦੇ ਵੀ ਨਾ ਲਓ। ਜਿਹਦੇ ਸਟੰਟ ਪਿਆ ਹੋਇਆ ਵਾ, ਸਟੰਟਿੰਗ ਹੋਈ ਆ, ਕੋਈ ਹੋਰ ਆਪਰੇਸ਼ਨ ਹੋਏ ਨੇ, ਇਹਨੇ ਕੀ ਕਰਨਾ ਸਰ? ਇਹਨੇ ਜਿੱਥੇ ਜਿੱਥੇ ਬਲੋਕੇਜ ਇਹਨੇ ਖੋਲ ਦੇਣੀ ਹੈ ਜਾ ਕੇ। ਅਗਰ ਤੁਸੀਂ ਸਟੰਟ ਪਵਾਇਆ ਵਾ, ਇਹਨੇ ਸਟੰਟ ਖੋਲ ਦੇਣਾ ਸਰ ਜਾ ਕੇ ਅੰਦਰ। ਅੱਛਾ ਜੀ, ਕੀ ਬਾਤ। ਮੇਨ ਇਹੀ ਦਿੱਕਤ। ਅਗਰ ਤੁਹਾਨੂੰ ਬਲੋਕੇਜ ਹੈ, ਡਾਕਟਰ ਕਹਿ ਰਿਹਾ ਤੁਹਾਨੂੰ 70, 80, 90% ਬਲੋਕੇਜ ਆ ਗਈ, ਤੁਹਾਨੂੰ ਸਟੰਟ ਪਾਉਣਾ ਵੀ 5-7 ਲੱਖ ਰੁਪਏ ਲੱਗੂਗਾ, ਉਹਦੇ ਨਾਲੋਂ ਬੈਸਟ ਆ ਤੁਸੀਂ ਇਹ ਯੂਜ਼ ਕਰੋ। 3 ਮਹੀਨੇ ਯੂਜ਼ ਕਰ ਲਓ। ਸਰ ਬਲੋਕੇਜ ਇੱਕ ਦਿਨ 'ਚ ਨਹੀਂ ਆਉਂਦੀ, ਡਾਕਟਰਸ ਦਾ ਤਰੀਕਾ ਵਾ, ਆ ਜਾਓ ਜੀ ਪਾ ਲਓ ਜੀ, ਠੀਕ ਨਹੀਂ। ਬਲੋਕੇਜ ਇੱਕ ਦਿਨ 'ਚ ਨਹੀਂ ਆਉਂਦੀ, ਉਹ ਤਾਂ ਆਪਣਾ 1.5-2 ਸਾਲ 5 ਸਾਲ ਤੋਂ ਆਪਣੀ ਡੇਲੀ ਰੂਟੀਨ ਇੱਦਾਂ ਦੀ ਹੋ ਜਾਂਦੀ ਹੈ, ਜਿਹੜੀ ਉਹ ਬਣਦੀ ਬਲੋਕੇਜ। ਇੱਕ ਦਿਨ ਆਪਾਂ ਨੂੰ ਦਰਦ ਹੁੰਦਾ, ਆਪਾਂ ਹਸਪੀਟਲ ਜਾਂਦੇ ਹਾਂ, ਬਲੋਕੇਜ ਹੁੰਦੀ ਹੈ ਜੀ। ਉਹ ਇਹ ਤੁਸੀਂ ਇਹ ਲੈਣਾ ਸ਼ੁਰੂ ਕਰੋ, ਇਹ ਤੁਹਾਡੀ ਵਿਦਿਨ 3.5 ਤੋਂ 4 ਮਹੀਨੇ ਵਿੱਚ ਜਿਹੜੀ ਬਲੋਕੇਜ ਆ 50% ਤਾਂ ਰਿਡਿਊਸ ਕਰ ਹੀ ਦੇਗਾ ਵਿਦਆਊਟ ਸਟੰਟਿੰਗ। ਸਰ ਮੇਨ ਗੱਲ ਪੈਸਾ ਨਹੀਂ ਆਉਂਦਾ। ਜਦੋਂ ਬੰਦਾ ਮੈਡੀਕਲ ਡਿਸਆਰਡਰ ਹੋ ਜਾਂਦਾ ਨਾ, ਉਹ ਤੋਂ ਬਾਅਦ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਉਹ ਮਾਇਨੇ ਰੱਖਦੀਆਂ ਨੇ। ਵਿਦਆਊਟ ਆਪਰੇਸ਼ਨ ਹੀ ਜਿਹੜੇ ਇਹ ਆਰ ਪਲਸ ਆ, ਬੰਦਿਆਂ ਨੂੰ ਟ੍ਰੀਟ ਕਰ ਰਹੀ ਆ। ਆਪਰੇਟ ਨਾ ਹੋਇਆ ਹੋਵੇ ਕੰਮ ਕਰੇਗੀ, ਆਪਰੇਟ ਹੋਇਆ ਹੋਏਗਾ ਕੋਈ ਵੀ ਮੇਰਾ ਵੀਰ ਭਾਈ ਉਹਨੂੰ ਪ੍ਰਮੋਟ ਨਾ ਕਰਿਓ ਜਿਹਦਾ ਆਪਰੇਸ਼ਨ ਹੋਇਆ ਵਾ। ਕੋਈ ਲੇਡੀ ਪ੍ਰੈਗਨੈਂਟ ਹੈ, ਉਹ ਬਿਲਕੁਲ ਨਹੀਂ ਲੈ ਸਕਦੀ ਇਹ ਜਾਨੀ ਕਿ ਜਦੋਂ ਤੁਸੀਂ ਦਿੰਦੇ ਹੋ ਕਿਸੇ ਨੂੰ ਵੀ ਤਾਂ ਰეკਮੈਂਡ ਕਰਦੇ ਹੋ ਵੀ ਕਿਹਨੂੰ ਲੈਣਾ ਚਾਹੀਦਾ, ਕਿਹਨੂੰ ਨਹੀਂ ਲੈਣਾ ਚਾਹੀਦਾ, ਤਾਂ ਬਹੁਤ ਹੀ ਜ਼ਿਆਦਾ ਵਧੀਆ। ਇੱਕੋ ਹੀ R+ ਦੇ ਵਿੱਚ ਡਾਕਟਰ ਸਾਹਿਬ ਨੇ ਕਿੰਨੀਆਂ ਇਹਨਾਂ ਦੀਆਂ ਖੂਬੀਆਂ ਗਣਾਈਆਂ, ਕਿਉਂਕਿ ਇਸ ਦੇ ਵਿੱਚ ਜੋ ਵੈਰੀਜ਼ ਦਾ ਮਿਕਸ ਕੀਤਾ ਗਿਆ ਹੈ, ਹਰ ਇੱਕ ਬਿਮਾਰੀ ਦੇ ਉੱਪਰ ਕੰਮ ਕਰਦੀ ਹੈ ਔਰ ਬਹੁਤ ਸਾਰੇ ਪੇਸ਼ੈਂਟ ਵੀ ਠੀਕ ਹੋ ਰਹੇ ਆ। ਤੁਹਾਨੂੰ ਕੁਝ ਪੇਸ਼ੈਂਟ ਨਾਲ ਵੀ ਮਿਲਾਵਾਂਗੇ ਜੋ ਇਸ ਨੂੰ ਲੈ ਕੇ ਕਾਫੀ ਆਪਣੇ ਆਪ ਨੂੰ ਵਧੀਆ ਮਹਿਸੂਸ ਕਰ ਰਹੇ ਨੇ। ਤਾਂ ਇਸ ਨੂੰ ਸਰ ਲੈਣ ਲਈ ਕੀ ਕਰ ਸਕਦੇ ਆ? ਜਿਹਨੇ ਆਰਡਰ ਕਰਨਾ ਹੋਵੇ ਤਾਂ ਜਿਹੜੇ ਨੀਚੇ ਨੰਬਰ ਦਿੱਤੇ ਗਏ ਨੇ ਕਿ ਉਹਨਾਂ ਨਾਲ ਹੀ ਗੱਲ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ। ਸਰ ਆਰਡਰ ਕਰ ਸਕਦੇ ਨੇ, ਬਟ ਮੈਂ ਇਹ ਕਹੂੰਗਾ ਜਿਹੜਾ ਤੁਹਾਡਾ ਫਿਜ਼ੀਸ਼ੀਅਨ ਆ ਉਹਦੇ ਨਾਲ ਤੁਸੀਂ ਇੱਕ ਵਾਰ ਸਲਾਹ ਜ਼ਰੂਰ ਕਰਨੀ ਹੈ ਵੀ ਇਹ ਚੀਜ਼ ਆ, ਉਹ ਉਸ ਚੀਜ਼ ਨੂੰ ਪੜ੍ਹੇਗਾ। ਤੁਸੀਂ ਸਾਡੇ ਨਾਲ ਕੰਟੈਕਟ ਕਰਨਾ, ਸਾਡੇ ਨਾਲ ਕਰੋ, ਜਿਨ੍ਹਾਂ ਦਾ ਨੰਬਰ ਆ ਰਿਹਾ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ। ਸਭ ਨਾਲ ਮਤਲਬ ਇੱਕ ਵਾਰ ਤੁਸੀਂ ਆਪਣੇ ਜੋ ਡਾਕਟਰਸ ਆ ਜਿਹਤੋਂ ਤੁਸੀਂ ਆਪਣੀ ਮੈਡੀਕੇਸ਼ਨ ਚੱਲ ਰਹੀ ਹੈ, ਫੈਮਿਲੀ ਡਾਕਟਰ, ਉਹਦੇ ਨਾਲ ਇੱਕ ਵਾਰ ਸਲਾਹ ਜ਼ਰੂਰ ਕਰਨੀ ਵੀ ਅਸੀਂ ਇਹ ਸ਼ੁਰੂ ਕਰਨਾ, ਵੀ ਅਸੀਂ ਕਿੱਦਾਂ ਕਰੀਏ।
ਕਿਉਂਕਿ ਜੋ ਸਾਡੇ ਕੋਲ ਸਾਡੇ ਪੇਸ਼ੈਂਟਸ ਨੇ ਸਾਨੂੰ ਪਤਾ ਵੀ ਉਹਨਾਂ ਨੂੰ ਅਸੀਂ ਕਿੱਦਾਂ ਦੇਣੀ ਹੈ। ਇਹਦਾ ਸਰ ਸਹੀ ਲੈਣ ਦਾ ਤਰੀਕਾ ਹੈਗਾ ਵਾ, ਪਹਿਲੇ 3 ਤੋਂ 4 ਦਿਨ ਇਹ 10-10 ml ਲੈਣੀ ਆ ਆਪਾਂ ਬਿਫੋਰ ਮੀਲ, ਖਾਣੇ ਤੋਂ 1 ਜਾਂ 2 ਘੰਟੇ ਪਹਿਲਾਂ। ਸਾਰਿਆਂ ਤੋਂ ਬੈਸਟ ਇਹੀ ਆ, ਬਟ ਦੇਖਣਾ ਪਏਗਾ ਵੀ ਕਿੰਨੀ ਏਜ ਦਾ ਬੱਚਾ ਵਾ, ਕਿੰਨੀ ਏਜ ਦੀ ਲੇਡੀ ਆ, ਉਹਨੂੰ ਦਿੱਕਤ ਕੀ ਆ, ਉਹਨੂੰ ਆਪਾਂ ਕਿੱਦਾਂ ਦੇ ਸਕਦੇ ਹਾਂ। ਯਾਨੀ ਕਿ ਇਹਨੂੰ ਲੈਣ ਤੋਂ ਪਹਿਲਾਂ ਇੱਕ ਵਾਰ ਤੁਹਾਡੇ ਨਾਲ ਸਲਾਹ ਕਰਕੇ ਉਸ ਤੋਂ ਬਾਅਦ ਹੀ ਹਾਂ, ਇਹ ਇੱਕ ਵਾਰ ਸਰ ਆਪ ਕਾਉਂਸਲਿੰਗ ਹੋ ਜਾਏਗੀ ਬੰਦੇ ਦੀ, ਫਿਰ ਉਹ ਲਏ। ਉਹ ਤੋਂ ਇਲਾਵਾ ਅਗਰ ਲਏਗਾ ਤਾਂ ਫਿਰ ਉਹਨੂੰ ਕੋਈ ਨਾ ਕੋਈ ਜੋ ਦਿੱਕਤ ਆਏਗੀ, ਮਤਲਬ ਦਿੱਕਤ ਤਾਂ ਆਏਗੀ, ਅਗਰ ਅਸੀਂ ਵੀ ਉਹਨੂੰ ਦਵਾਂਗੇ ਥੋੜੀ ਬਹੁਤ ਦਿੱਕਤ ਆਏਗੀ, ਬਟ ਉਹ ਦਿੱਕਤ ਨੂੰ ਕਵਰ ਕਿੱਦਾਂ ਕਰਨਾ ਅਸੀਂ ਦੱਸ ਦੇਵਾਂਗੇ ਉਹਨੂੰ, ਤੇ ਅਸੀਂ ਕਵਰ ਵੀ ਕਰ ਲਵਾਂਗੇ। ਕੋਈ ਮੰਨ ਲਓ ਦੂਰ ਬੈਠਾ ਹੈ, ਨਹੀਂ ਆਉਣਾ ਚਾਹੁੰਦਾ, ਕੀ ਤੁਸੀਂ ਫੋਨ ਤੇ ਵੀ ਉਹਦੇ ਨਾਲ ਗੱਲਬਾਤ ਕਰਕੇ ਸਲਾਹ ਸਰ ਫੋਨ ਤੇ ਵੀਡੀਓ ਕਾਲ ਤੇ ਸਾਡੇ ਨਾਲ ਜਦੋਂ ਮਰਜ਼ੀ ਕੰਟੈਕਟ ਕਰੋ, ਆਪਾਂ ਇਸ ਬਾਰੇ ਉਹਨਾਂ ਨੂੰ ਆਰਾਮ ਨਾਲ ਦੱਸਾਂਗੇ ਵੀ ਸਰ ਇਹ ਚੀਜ਼ ਤੁਹਾਡੇ ਕੋਲ ਪਹੁੰਚ ਗਈ, ਤੁਹਾਡੀ ਏਜ ਕਿੰਨੀ ਆ, ਤੁਸੀਂ ਇਹ ਲੈਣਾ ਕਿੱਦਾਂ ਵਾ। ਅਗਰ ਇਹ ਬੰਦਾ ਲੈ ਕੇ ਬੈੱਡ ਤੇ ਪੈ ਗਿਆ, ਅਸੀਂ ਇਹ ਨਹੀਂ ਕਹਿੰਦੇ ਠੀਕ ਹੋਵਾਂਗੇ ਸਰ, ਐਕਟੀਵਿਟੀ ਤਾਂ ਕਰਨੀ ਚਾਹੀਦੀ ਆਪਾਂ ਨੂੰ, ਕਿਉਂਕਿ ਬਾਡੀ 'ਚ ਆਪਣੇ ਆਪ ਤਾਂ ਸਰ ਜਾਣੀ ਨਹੀਂ, ਇਹ ਪਹੁੰਚਾਉਣੀ ਪੈਣੀ ਆ ਆਪਾਂ ਨੂੰ। ਪਾਣੀ ਪੀਣਾ ਪੈਣਾ, ਰੋਟੀ ਖਾਣੀ ਪੈਣੀ ਆ, ਇਹ ਨਹੀਂ ਕਹਿ ਸਕਦੇ ਇਹ ਤੁਹਾਡੀ ਖੁਰਾਕ ਆ, ਇਹ ਲੈ ਲਓ ਤਾਂ ਤੁਹਾਨੂੰ ਰੋਟੀ ਪਾਣੀ ਛੱਡਣ ਦੀ ਲੋੜ ਪੈ ਜੂਗੀ, ਤੁਸੀਂ ਸਬਜ਼ੀਆਂ ਖਾਣੀਆਂ ਬੰਦ ਕਰ ਦਿਓ, ਦਾਲਾਂ ਖਾਣੀਆਂ ਬੰਦ ਕਰ ਦਿਓ, ਨਹੀਂ, ਇਹ ਤੁਸੀਂ ਲਓ ਨਾਲ ਦੀ ਨਾਲ ਆਪਣਾ ਡੇਲੀ ਰੂਟੀਨ ਵੀ ਦੇਖੋ, ਤੇ ਵਿਦਿਨ ਮੰਥ ਤੁਹਾਨੂੰ ਕੀ ਫਰਕ ਪੈਂਦਾ ਉਹ ਦੇਖੀਏ ਆਪਾਂ। ਬਹੁਤ ਹੀ ਵਧੀਆ, ਜਿਸ ਤਰ੍ਹਾਂ ਅਸੀਂ ਆਯੁਰਵੇਦਾ ਦੇ ਅਲੱਗ-ਅਲੱਗ ਵੀਡੀਓਜ਼ ਤੁਹਾਡੇ ਤੱਕ ਇਨਫੋਰਮੇਸ਼ਨ ਵੀਡੀਓਜ਼ ਜਿਸ ਨੂੰ ਕਹਿੰਦੇ ਹੋ ਪਹੁੰਚਾਉਂਦੇ ਹਾਂ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਦੇਖ ਰਹੇ ਹੋ ਡਿਜੀਟਲ ਪੰਜਾਬ ਲਾਈਵ, ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।